ਭਾਈ ਨਿਰਮਲ ਸਿੰਘ ਚੋਹਲਾ ਪੰਥ ਦੇ ਵਿੱਚ ਨਾਮ ਸੀ ਉਹਨਾਂ ਦਾ ਐਜ ਏ ਕਵੀਸ਼ਰ ਤੌਰ 'ਤੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ 52 ਕਵੀ ਹੁੰਦੇ ਸੀ ਨਾ, ਢਾਡੀ 12 ਗਾਣ ਕੀਤੀਆਂ ਜਾਂਦੀਆਂ ਸਨ। ਉਹ ਯੋਧਿਆਂ ਦੇ ਮਨਾਂ ਦੇ ਅੰਦਰ ਜੋਸ਼ ਪੈਦਾ ਕਰਨ ਵਾਸਤੇ। ਕੀ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵੀ ਇਸ ਤਰ੍ਹਾਂ ਹੀ ਜਿਹੜੀ ਕਵਿਸ਼ਰੀ ਕਰਦੇ ਸਨ? ਫਿਰ ਇਹਨਾਂ ਦਾ ਇੱਕ ਮਿੱਤਰ ਸੀ ਜੀ ਮੁੰਡੇ ਪਿੰਡ ਦਾ ਰੇਸ਼ਮ ਸਿੰਘ। ਰੇਸ਼ਮ ਸਿੰਘ ਤੇ ਪਿਤਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ। ਇਹ ਇਕੱਠੇ ਪਾਠ ਕਰਦੇ ਹੁੰਦੇ ਸੀ। ਉਹਨੂੰ ਪੂਲੇ ਨੇ ਸ਼ਹੀਦ ਕਰ ਦਿੱਤਾ ਸੀ ਜੀ। ਤੇ ਉਹ ਰੇਸ਼ਮ ਸਿੰਘ ਨੇ ਤੇ ਪਿਤਾ ਜੀ ਨੇ ਕਵਿਤਾ ਬੋਲਣੀ ਕਈ ਵਾਰ। ਤੇ ਰੇਸ਼ਮ ਸਿੰਘ ਨੇ ਇਹ ਆਖਿਆ, ਕਹਿੰਦਾ ਜਿਵੇਂ ਹਰਨ ਦੇ ਕਸਤੂਰੀ ਛੁਪੀ ਹੁੰਦੀ, ਉਹਨੂੰ ਪਤਾ ਨਹੀਂ ਹੁੰਦਾ, ਨਿਰਮਲ ਸਿਆ ਤੇਰੇ ਅੰਦਰ ਇੱਕ ਇਹੋ ਜਿਹਾ ਮਹਾਰਾਜ ਨੇ ਗੁਣ ਦਿੱਤਾ, ਕਿਉਂ ਨਾ ਹੋਵੇ ਤੂੰ ਕਵੀਸ਼ਰੀ ਕਰੇ। ਤੇ ਇਹੀ ਬਚਨ ਇੱਕ ਵਾਰ ਮਹਾਂਪੁਰਸ਼ ਸੰਤ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਤੇ ਬਾਬਾ ਦਇਆ ਸਿੰਘ ਜੀ ਕਿਸੇ ਸਮਾਗਮ ਤੇ ਆਏ ਤੇ ਉੱਥੇ ਪਿਤਾ ਜੀ ਉਹਨਾਂ ਨੇ ਭੋਗ ਤੋਂ ਬਾਅਦ ਇੱਕ ਕਵਿਤਾ ਬੋਲੀ ਤੇ ਕਹਿਣ ਲੱਗੇ, ਨਿਰਮਲ ਸਿਆ ਦਸਮ ਦੀ ਬਾਣੀ ਆਦ ਦੀ ਬਾਣੀ ਜਿੰਨਾ ਸੋਹਣਾ ਤੂੰ ਗ੍ਰੰਥੀ ਆ, ਜੇ ਕਿਤੇ ਕਵੀਸ਼ਰੀ ਵੱਲ ਪੱਕਾ ਹੋ ਜਾਵੇਂ ਤੇ ਬਾਣੀ ਤੇ ਆਪਣੇ ਵਾਸਤੇ ਸਿੱਖ ਨੇ ਹਰ ਨੇ ਪੜ੍ਹਨੀ ਹੁੰਦੀ ਆ, ਪਰ ਤੇਰੇ ਵਰਗਾ ਕਵੀਸ਼ਰ ਮੁੜ ਕੇ ਮਾਂ ਨੇ ਪੈਦਾ ਨਹੀਂ ਕਰਨਾ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਆਏ। ਮੈਂ ਤੁਹਾਨੂੰ ਇੱਕ ਘਟਨਾ ਦੱਸਣਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ। ਉਸ ਜਗ੍ਹਾ 'ਤੇ ਪਿਤਾ ਜੀ ਹੁਣੀ ਜਦੋਂ ਆਏ ਤੇ ਉਸ ਸਮੇਂ ਦੇ ਅੰਦਰ ਨਾ ਮਹਾਂਪੁਰਸ਼ਾਂ ਨੇ ਇੱਕ ਵਾਰ ਸਾਰੇ ਕਵੀਸ਼ਰ ਤੇ ਢਾਡੀ ਸੱਦੇ। ਕਹਿੰਦੇ ਵੀ ਕੌਮ ਦੀ ਸੇਵਾ ਕਰਦੇ ਜੋ, ਨਿਤਨੇਮ ਕਿੰਨਾ ਕੁ ਕਰਦੇ ਜੋ। ਤੇ ਸਾਰਿਆਂ ਨੂੰ ਕੋਈ ਕਹਿੰਦਾ ਜੀ ਮੈਂ ਮੂਲ ਮੰਤਰ ਦਾ ਕਰ ਲੈਣਾ, ਕੋਈ ਕਹਿੰਦਾ ਜਪਜੀ ਸਾਹਿਬ ਦਾ ਜਾਪ ਕਰ ਲੈਣਾ। ਵੈਸੇ ਸਾਰੇ ਹੀ ਸਤਿਕਾਰਯੋਗ ਨੇ, ਜਿਤਨੇ ਵੀ ਬੁਲਾਰੇ ਨੇ, ਮੈਂ ਸਾਰਿਆਂ ਦਾ ਦਿਲੋਂ ਮਾਣ ਕਰਦਾ। ਜਦੋਂ ਪਿਤਾ ਜੀ ਨੂੰ ਪੁੱਛਣ ਲੱਗਾ, ਉਹ ਜਿਹੜਾ ਸਿੰਘ ਪੁੱਛਦਾ ਸੀ, ਤੇ ਮਹਾਂਪੁਰਸ਼ ਕਹਿਣ ਲੱਗੇ ਇਹਨਾਂ ਨੂੰ ਰਹਿਣ ਦਿਓ। ਕਹਿੰਦਾ ਜੀ ਇਹ ਜ਼ਿਆਦਾ ਨਜ਼ਦੀਕੀ ਕਰਕੇ ਤਾਂ ਰਹਿਣ ਦਿਓ। ਕਹਿੰਦੇ ਨਹੀਂ ਫਿਰ ਸੁਣਾਓ ਨਿਰਮਲ ਸਿੰਘ ਜੀ। ਤੇ ਇਹਨਾਂ ਨੇ ਉਦੋਂ ਜਾਪ ਸਾਹਿਬ ਜਿਹੜਾ ਫਿਰ ਬਾਣੀ ਸੁਣਾਈ ਤੇ ਬਹੁਤ ਜ਼ਿਆਦਾ ਪਿਆਰ ਜਿਹੜਾ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਕਈ ਵਾਰ ਪਿਤਾ ਜੀ ਨੂੰ ਮੱਥੇ ਤੋਂ ਫੜ ਲੈਂਦੇ ਹੁੰਦੇ ਸੀ, ਇਹ ਛੋਟੇ ਜਿਹੇ ਸਰੀਰ ਦੇ ਵਿੱਚੋਂ ਆਵਾਜ਼ ਕਿੱਧਰੋਂ ਕੱਢਦਾ। ਪਹਿਲਾਂ ਨਾ ਸਾਡੇ ਘਰ ਤੋਂ ਥੋੜ੍ਹੀ ਦੂਰ ਇੱਕ ਹੌਸਪੀਟਲ ਆ ਡੰਗਰਾਂ ਦਾ, ਜਿਹਨੂੰ ਆਪਾਂ ਹਸਪਤਾਲ ਕਹਿ ਦਿੰਦੇ। ਉੱਥੇ CRP ਦੀ ਚੌਂਕੀ ਹੁੰਦੀ ਸੀ ਤੇ ਉਹਨਾਂ ਨੂੰ ਸਾਡਾ ਘਰ ਥੋੜ੍ਹਾ ਜਿਹਾ ਡੇਰਾ ਸਾਡੇ ਕੋਲ ਪੜਾਅ ਵਾ, ਉਹ ਉੱਥੋਂ ਓਲੇ ਸੀ ਥੋੜ੍ਹਾ ਜਿਹਾ। ਤੇ ਫਿਰ ਉਹਨਾਂ ਨੇ ਉੱਥੋਂ ਚੌਂਕੀ ਹਟਾ ਕੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਪ੍ਰਾਇਮਰੀ ਸਕੂਲ ਆ, ਉੱਥੇ ਲੈ ਜਾਂਦੀ ਵੀ ਇਹਨੂੰ ਪਕੜਨਾ ਸੌਖਾ ਹੋ ਜਾਵੇ। ਪਿਤਾ ਜੀ ਉਹਨਾਂ ਨੂੰ ਭਿੱਖੀਵਿੰਡ ਥਾਣੇ ਦੇ ਅੰਦਰ ਇੱਕ ਵਾਰ ਸਾਰੇ ਕਵੀਸ਼ਰਾਂ ਨੂੰ ਬੁਲਾਇਆ ਜੀ। ਤੇ ਉਸ ਜਗ੍ਹਾ 'ਤੇ ਸਾਰੇ ਕਵੀਸ਼ਰ ਜਦੋਂ ਆਏ, ਉੱਥੋਂ ਦਾ ਪੁਲਿਸ ਅਫਸਰ ਉਦੋਂ ਕਹਿਣ ਲੱਗਾ, ਕਹਿੰਦਾ ਜੀ ਤੁਸੀਂ ਸਾਨੂੰ ਕਵਿਤਾ ਸੁਣਾਓ। ਤੇ ਉਹ ਸਾਰੇ ਕਵੀਸ਼ਰ ਸਤਿਕਾਰਯੋਗ ਸੀ, ਮੈਂ ਨਾਮ ਨਹੀਂ ਕਿਸੇ ਦਾ ਲੈਣਾ ਕਿਉਂਕਿ ਸਾਰੇ ਹੀ ਕੌਮ ਦੇ ਉਹ ਸਤਿਕਾਰਯੋਗ ਸੀ। ਤੇ ਉਹਨਾਂ ਸਾਰਿਆਂ ਨੇ ਕਵਿਤਾ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹ ਪਿਤਾ ਜੀ ਨੂੰ ਕਹਿੰਦਾ, ਨਿਹੰਗਾ ਤੂੰ ਵੀ ਕਵਿਤਾ ਸੁਣਾ। ਤੇ ਪਿਤਾ ਜੀ ਹੁਣੀ ਕਹਿਣ ਲੱਗੇ, ਕਹਿੰਦੇ ਵੀ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਤੋਂ ਬਗੈਰ ਕਵਿਤਾ ਨਹੀਂ ਬੋਲਦਾ। ਮੈਂ ਗੁਰੂ ਕਾ ਕਵੀਸ਼ਰ, ਮੈਂ ਗੁਰੂ ਕਾ ਕਵੀਸ਼ਰ ਹਾਂ, ਨਾ ਮੈਂ ਡਰ ਦੇ ਨਾਲ ਕਵਿਤਾ ਬੋਲਦਾ, ਨਾ ਮੈਂ ਗੁਰੂ ਦੀ ਹਜ਼ੂਰੀ ਤੋਂ ਬਗੈਰ ਬੋਲਦਾ, ਤੇ ਨਾ ਕਿਸੇ ਦੇ ਭੈ ਦੇ ਅੰਦਰ ਬੋਲਦਾ। ਥਾਣੇਦਾਰ ਕਹਿੰਦਾ ਜੀ ਸਾਨੂੰ ਬੁਲਾਉਣਾ ਆਉਂਦਾ। ਪਿਤਾ ਜੀ ਕਹਿੰਦਾ ਮੈਂ ਗੁਰੂ ਦਾ ਸਿੰਘ ਹਾਂ। ਤੇ ਉੱਥੇ ਬਹੁਤ ਜ਼ਿਆਦਾ ਪਿਤਾ ਜੀ ਦੇ ਤਸ਼ੱਦਦ ਕੀਤਾ। ਫਿਰ ਮਹਾਂਪੁਰਸ਼ ਕਹਿਣ ਲੱਗੇ ਬਾਬਾ ਠਾਕਰ ਸਿੰਘ ਜੀ ਵੀ ਬਾਬਾ ਜੋਗਿੰਦਰ ਸਿੰਘ ਜੀ ਹੋਣਾ ਦੇ ਕੋਲ ਜਾਈਏ। ਬਾਬਾ ਜੋਗਿੰਦਰ ਸਿੰਘ ਜੀ ਹੋਣੀ ਉਪਰਾਲਾ ਕਰ ਸਕਦੇ ਨੇ। ਬਾਬਾ ਜੋਗਿੰਦਰ ਸਿੰਘ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰਯੋਗ ਪਿਤਾ ਜੀ ਸੀ। ਉਹਨਾਂ ਨੇ ਜਾ ਕੇ ਫਿਰ ਉਪਰਾਲਾ ਕੀਤਾ ਬਾਬਾ ਠਾਕਰ ਸਿੰਘ ਜੀ ਹੋਣਾ ਨੇ। ਤੇ ਪਿਤਾ ਜੀ ਨੂੰ ਜੀਰੇ ਥਾਣੇ ਦੇ ਵਿੱਚੋਂ ਜਦੋਂ ਛਡਾਉਣ ਵਾਸਤੇ ਗਏ ਤੇ ਉਹ ਥਾਣੇਦਾਰ ਕਹਿਣ ਲੱਗਾ, ਬਾਬਾ ਕਹਿੰਦਾ ਵੀ ਮੈਂ 2 ਖਾੜਕੂ ਫੜੇ, ਉਹਨਾਂ ਦੇ ਕੋਲੋਂ ਅਸਲਾ ਵੀ ਫੜਿਆ, ਮੈਂ ਉਹਨਾਂ ਨੂੰ ਛੱਡ ਦਿੰਦਾ ਪਰ ਇਹਨੂੰ ਨਹੀਂ ਛੱਡਣਾ। ਤੁਹਾਡੇ ਪਿਤਾ ਜੀ ਸਾਡੇ ਪਿਤਾ ਜੀ ਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਨਹੀਂ ਛੱਡਣਾ। ਕਸੂਰ ਕੀ ਸੀ? ਬਾਬਾ ਜੀ ਦੋਸ਼ ਕੀ ਸੀ ਉਹਨਾਂ ਤੇ ਲਾਇਆ? ਹਾਂਜੀ ਮੈਂ ਆਪ ਜੀ ਨੂੰ ਦੱਸਣ ਲੱਗਾ ਜੀ ਵੀਰ ਹਰਪਾਲ ਸਿੰਘ ਜੀ। ਉਹ ਕਹਿਣ ਲੱਗੇ ਵੀ ਉਹ ਜਿਹੜੇ ਖਾੜਕੂ ਉਹਨਾਂ ਦੇ ਕੋਲੋਂ ਅਸਲਾ ਫੜਿਆ ਸੀ, ਉਹਨਾਂ ਨੂੰ ਅਸੀਂ ਅੱਜ ਨਹੀਂ ਕੱਲ੍ਹ ਨੂੰ ਮੁਕਾਬਲੇ ਦੇ ਅੰਦਰ ਸ਼ਹੀਦ ਕਰ ਦੇਵਾਂਗੇ ਜੀ। ਕਹਿੰਦੇ ਜਦੋਂ ਇੱਕ ਆਵਾਜ਼ ਇਹ ਲਾਉਂਦਾ ਨਾ, ਸਿੰਘਾ ਜਾਗ ਪਈ ਜਾਗੂ ਆਈ ਹੈ, ਜਾਂ ਇੱਦਾਂ ਦੀਆਂ ਕਵਿਤਾ ਜਿਹੜੀਆਂ ਯੋਧਿਆਂ ਦੀਆਂ ਬੋਲਦਾ, ਕਹਿੰਦੇ 50 ਮੁੰਡੇ ਬਣਨ ਵਾਸਤੇ ਤਿਆਰ ਹੋ ਜਾਂਦੇ। ਸਾਨੂੰ ਇਹ ਮਾਰਨਾ ਜ਼ਰੂਰੀ ਹੈ। ਇੰਨਾ ਜਲਾਲ ਸੀ ਨਛੱਤਰ ਸਿੰਘ, ਉਹ ਪਹਿਲਾਂ ਕਿਸੇ ਦਾ ਮਿੱਤਰ ਬਣ ਜਾਂਦਾ ਸੀ ਤੇ ਮਿੱਤਰ ਬਣ ਕੇ ਹੀ ਉਹਨੂੰ ਮਾਰ ਦਿੰਦਾ ਸੀ। ਇੱਦਾਂ ਦੇ ਬਹੁਤ ਪੁਲਿਸ ਵਾਲੇ ਹੋਏ ਨੇ ਜਿਹੜਾ ਆਪਣੀ ਤਰੱਕੀ ਵਾਸਤੇ ਉਹ ਇੱਦਾਂ ਕਰਦਾ ਸੀ। ਉਹ ਪਿਤਾ ਜੀ ਦੇ ਦਾੜੇ ਨੂੰ ਹੱਥ ਪਾਉਣ ਲੱਗਾ ਤੇ ਪਿਤਾ ਜੀ ਨੂੰ ਟੈਰੋਗੇਟ ਤੇ ਬਹੁਤ ਜ਼ਿਆਦਾ ਕੀਤਾ ਸੀ। ਪਿਤਾ ਜੀ ਨੇ ਉਹਦੇ ਨਲਾਂ ਦੇ ਅੰਦਰ ਲੱਤ ਮਾਰੀ। ਫਿਰ ਉੱਦਾਂ ਹੀ ਵੀ ਦਾੜੇ ਨੂੰ ਹੱਥ ਨਹੀਂ ਲਾਉਣ ਦੇਣਾ, ਮੈਨੂੰ ਭਾਵੇਂ ਟੈਰੋਗੇਟ ਹੋਰ ਕਰ ਲਾ, ਇਹ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸਿੱਖੀ ਆ। ਉਹਨੇ ਫਿਰ ਉਸੇ ਵੇਲੇ ਹੀ ਨਾ ਜਿਹੜਾ ਕਹਿੰਦਾ ਵੀ ਇਹਦੀ ਜ਼ੁਬਾਨ ਕੱਟ ਦਿਓ ਜਿਹਦੇ ਨਾਲ ਕਵੀਸ਼ਰੀ ਗਾਉਂਦਾ।
ਪਹਿਲਾਂ ਪਿਤਾ ਜੀ ਦੀ ਜ਼ੁਬਾਨ ਕੱਟੀ ਗਈ ਜੀ, ਜੀਭ ਕੱਟੀ ਗਈ, ਬਾਅਦ ਅੰਦਰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਕਸੂਰ ਬਸ ਸੱਚ ਬੋਲਣਾ ਜੀ। ਅੱਜ ਵੀ ਸੱਚ ਬੋਲਣ ਵਾਲਿਆਂ ਨੂੰ ਤੁਸੀਂ ਵੇਖਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਟੈਕ ਕੀਤਾ ਜਾਂਦਾ। ਸੱਚ ਜਿਹੜਾ ਹੈ ਉਹ ਜ਼ਾਲਮ ਨੂੰ ਚੁਭਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜ਼ਾਲਮ ਦਾ ਵੈਰ ਹੀ ਬਸ ਸੱਚ ਦਾ ਹੈ ਜੀ, ਤੇ ਜਿਹੜਾ ਗੁਰੂ ਨਾਨਕ ਦੇ ਘਰ ਦਾ ਅਸਲ ਸਿੱਖ ਹੈ ਉਹ ਵੈਰੀ ਨੂੰ ਚੁਭੇਗਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਤੀਜਾ ਘੱਲੂਘਾਰਾ, ਜਿਸ ਵਿੱਚ ਸਮੇਂ ਦੀ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਸਾਡੇ ਬੇਅੰਤ ਸਿੰਘ ਸਿੰਘਣੀਆਂ ਭੁਜੰਗੀ ਉਸ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਸ਼ਹਾਦਤਾਂ ਦੇ ਵਿੱਚ ਇੱਕ ਦਾ ਜ਼ਿਕਰ ਆਉਂਦਾ ਹੈ, ਭਾਈ ਨਿਰਮਲ ਸਿੰਘ ਚੋਲਾ। ਆਪਾਂ ਉਹਨਾਂ ਦੇ ਸਪੁੱਤਰ ਅੱਜ ਸਾਡੇ ਨਾਲ ਨੇ, ਭਾਈ ਬਲਕਾਰ ਸਿੰਘ ਚੋਲਾ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਵੀ ਉਹ ਜਿਹੜਾ ਸੰਘਰਸ਼ ਦਾ ਸਮਾਂ ਸੀ ਕਿਹੋ ਜਿਹਾ ਸੀ, ਤੁਹਾਡੇ ਪਿਤਾ ਜੀ ਨਾਲ ਤੁਹਾਡੀਆਂ ਕਿਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਉਸ ਵੇਲੇ, ਸਾਰਾ ਜੋ ਮੰਜ਼ਰ ਸੀ ਉਸ ਵੇਲੇ ਦਾ ਇਤਿਹਾਸ ਆਪਾਂ ਸਾਰਾ ਕੁਛ ਇਹਨਾਂ ਤੋਂ ਸੁਣਦੇ ਹਾਂ। ਭਾਈ ਸਾਹਿਬ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਪਾਲ ਸਿੰਘ ਜੀ ਸੁਨਾਮ ਅਤੇ ਸਮੂਹ ਸੰਗਤ ਜੋ ਦਰਸ਼ਨ ਕਰ ਰਹੀ ਹੈ ਮਾਧਿਅਮ ਦੇ ਰਾਹੀਂ, ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਜਿਵੇਂ ਕਿ ਅਸੀਂ ਦੇਖਦੇ ਹਾਂ ਭਾਈ ਨਿਰਮਲ ਸਿੰਘ ਚੋਲਾ, ਪੰਥ ਦੇ ਵਿੱਚ ਨਾਮ ਸੀ ਉਹਨਾਂ ਦਾ ਐਜ ਏ ਕਵੀਸ਼ਰ ਤੌਰ 'ਤੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ 52 ਕਵੀ ਹੁੰਦੇ ਸੀ ਨਾ, ਢਾਡੀ 12 ਗਾਣ ਕੀਤੀਆਂ ਜਾਂਦੀਆਂ ਸਨ। ਉਹ ਯੋਧਿਆਂ ਦੇ ਮਨਾਂ ਦੇ ਅੰਦਰ ਜੋਸ਼ ਪੈਦਾ ਕਰਨ ਵਾਸਤੇ। ਕੀ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਵੀ ਇਸ ਤਰ੍ਹਾਂ ਹੀ ਜਿਹੜੀ ਕਵਿਸ਼ਰੀ ਕਰਦੇ ਸਨ? ਬਿਲਕੁਲ ਜੀ, ਉਹ ਨਿਡਰ ਸੀ ਬਹੁਤ ਜ਼ਿਆਦਾ ਜੀ। ਅਤੇ ਬਹੁਤ ਵੱਡੀ ਗੱਲ ਇਹ ਸੀ ਵੀ ਪਿਤਾ ਜੀ ਹੋਣੀ ਨਿਤਨੇਮ ਹੀ ਬਹੁਤ ਤਗੜੇ ਸੀ ਜੀ। ਉਹਨਾਂ ਦਾ ਨਿਤਨੇਮ, ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਦਰਸ਼ਨ ਕਰਕੇ ਅਤੇ ਫਿਰ ਉਹਨਾਂ ਕੋਈ ਜਲ ਪਾਣੀ ਛਕਣਾ। ਉਸ ਤੋਂ ਬਾਅਦ 'ਚ ਉਹਨਾਂ ਨੇ 78 ਮਾਲਾ ਜਿਹੜੀ 108 ਮਣਕਿਆਂ ਵਾਲੀ ਹੁੰਦੀ ਆ, ਉਹ ਚੌਪੀ ਸਾਹਿਬ ਦੀ ਮਹਾਂਪੁਰਸ਼ਾਂ ਵੱਲੋਂ ਉਹਨਾਂ ਨੂੰ ਹੁਕਮ ਸੀ ਇਹ 8 ਜਿਹੜਾ ਵੱਧ ਤੋਂ ਵੱਧ ਜਾਪ ਕਰਨ ਦਾ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ 78 ਮਾਲਾ ਹੀ ਉਹਨਾਂ ਨੇ ਮੂਲ ਮੰਤਰ ਦੀ, ਅਤੇ ਥਿਰਕਰ ਬੈਸੋ ਅਰਜਨ ਪਿਆਰੇ ਸਤਿਗੁਰੂ ਤੁਮਰੇ ਕਾਸਵਾਰੇ ਦੀ ਇਹ ਜਿਹੜੀ 78 ਮਾਲਾ ਹੀ ਉਹ ਕਰਦੇ ਸੀ। ਅਤੇ ਇੱਕ ਪਾਠ ਜਿਹੜਾ ਉਹ ਸੁਖਮਨੀ ਸਾਹਿਬ ਦਾ ਡੇਲੀ ਦਾ ਨਿਤਨੇਮ ਸੀ ਜੀ ਉਹਨਾਂ ਦਾ। ਹਾਂਜੀ। ਅੱਛਾ, ਭਾਈ ਸਾਹਿਬ ਵੱਲੋਂ ਯਾਨੀ ਕਿ ਤੁਹਾਡੇ ਪਿਤਾ ਜੀ ਵੱਲੋਂ ਜਿਹੜੀ ਕਵਿਸ਼ਰੀ ਹੈ ਉਹ ਸੰਘਰਸ਼ ਦੇ ਸਮੇਂ ਦੌਰਾਨ ਸ਼ੁਰੂ ਕੀਤੀ ਕਿ ਪਹਿਲੇ ਹੀ ਕਵਿਸ਼ਰੀ ਕਰਦੇ ਸਨ? ਨਹੀਂ ਜੀ, ਪਹਿਲਾਂ ਪਿਤਾ ਜੀ ਹੋਣੀ ਇੱਕ ਮਹਾਂਪੁਰਸ਼ ਸੀ ਨਿਰਮਲੇ ਜੀ, ਬਾਬਾ ਅਮਰ ਸਿੰਘ ਜੀ ਜੀ, ਕਿਲੇ 'ਤੇ ਸੀ ਜੀ। ਉਹ ਸਾਡਾ ਪਹਿਲਾ ਨਗਰ ਭੈਲ ਸੀ। ਭੈਲ ਕਿਲੇ 'ਤੇ ਉਹ ਸੇਵਾ ਕਰਿਆ ਕਰਦੇ ਸੀ, ਅਤੇ ਪਿਤਾ ਜੀ ਹੋਣਾ ਨੇ ਉਹਨਾਂ ਦੇ ਕੋਲੋਂ ਸੰਥਿਆ ਕੀਤੀ ਸੀ। ਕੁਝ ਸਮਾਂ ਜਿਹੜਾ ਹੈ ਉਹਨਾਂ ਦੇ ਕੋਲੋਂ ਸੰਥਿਆ ਕਰਨ ਤੋਂ ਬਾਅਦ ਫਿਰ ਬਾਬਾ ਆਨੰਦ ਸਿੰਘ ਜੀ, ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ ਵਿਧੀ ਚੰਦੀਏ, ਉਹ ਸਾਡੇ ਮਾਮਾ ਜੀ ਨੇ, ਉਹਨਾਂ ਦੇ ਕੋਲ ਉੱਥੇ ਪੜ੍ਹਾ 'ਤੇ ਪਿਤਾ ਜੀ ਗਏ, ਡਿਊਟੀ ਕਰਦੇ ਰਹੇ ਹੈਡ ਗ੍ਰੰਥੀ ਦੀ। ਅਤੇ ਉੱਥੇ ਕਾਫੀ ਜਿਹੜੇ ਨੇ ਉਹ ਗ੍ਰੰਥੀ ਸਿੰਘ ਵੀ ਪਿਤਾ ਜੀ ਨੇ ਬਣਾਏ, ਜਿਨ੍ਹਾਂ ਵਿੱਚ ਨਾਮਵਾਰ ਗ੍ਰੰਥੀ ਸਿੰਘ ਅੱਜ ਵੀ ਭਾਈ ਬਲਵਿੰਦਰ ਸਿੰਘ ਜੀ ਸੰਗਤਪੁਰ ਵਾਲੇ ਜਿਹੜੇ ਆ, ਉਹ ਸੁਖ ਸਾਗਰ ਰੇਡੀਓ ਜਿਹੜਾ ਇੰਗਲੈਂਡ ਦੇ ਅੰਦਰ ਚਲਾ ਰਹੇ ਨੇ, ਨਾਲ ਕਥਾ ਵੀ ਕਰ ਰਹੇ ਨੇ। ਇੱਦਾਂ ਬੇਅੰਤ ਜਿਹੜੇ ਨੇ ਸਿੰਘ, ਉਹਨਾਂ ਨੇ ਸੰਥਿਆ ਵੀ ਕਰਾਈ। ਅਤੇ ਉਸ ਸਮੇਂ ਦੇ ਅੰਦਰ ਉਹ ਇਹ ਗ੍ਰੰਥੀ ਸਿੰਘਾਂ ਦੇ ਜਿਹੜਾ ਵਾ ਜਥੇਦਾਰ ਦੇ ਤੌਰ 'ਤੇ ਵਿਚਰਦੇ ਹੁੰਦੇ ਸੀ। ਫਿਰ ਇਹਨਾਂ ਦਾ ਇੱਕ ਮਿੱਤਰ ਸੀ ਜੀ ਮੁੰਡੇ ਪਿੰਡ ਦਾ ਰੇਸ਼ਮ ਸਿੰਘ। ਰੇਸ਼ਮ ਸਿੰਘ ਅਤੇ ਪਿਤਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ। ਇਹ ਇਕੱਠੇ ਪਾਠ ਕਰਦੇ ਹੁੰਦੇ ਸੀ। ਉਹਨੂੰ ਪੂਲੇ ਨੇ ਸ਼ਹੀਦ ਕਰ ਦਿੱਤਾ ਸੀ ਜੀ। ਅਤੇ ਉਹ ਰੇਸ਼ਮ ਸਿੰਘ ਨੇ ਅਤੇ ਪਿਤਾ ਜੀ ਨੇ ਕਵਿਤਾ ਬੋਲਣੀ ਕਈ ਵਾਰ, ਅਤੇ ਰੇਸ਼ਮ ਸਿੰਘ ਨੇ ਇਹ ਆਖਿਆ, ਕਹਿੰਦਾ ਜਿਵੇਂ ਹਰਨ ਦੇ ਕਸਤੂਰੀ ਛੁਪੀ ਹੁੰਦੀ, ਉਹਨੂੰ ਪਤਾ ਨਹੀਂ ਹੁੰਦਾ, ਨਿਰਮਲ ਸਿਆ ਤੇਰੇ ਅੰਦਰ ਇੱਕ ਇਹੋ ਜਿਹਾ ਮਹਾਰਾਜ ਨੇ ਗੁਣ ਦਿੱਤਾ ਕਿ ਉਹ ਨਾ ਹੋਵੇ ਤੂੰ ਕਵੀਸ਼ਰੀ ਕਰੇ। ਅਤੇ ਇਹੀ ਬਚਨ ਇੱਕ ਵਾਰ ਮਹਾਂਪੁਰਸ਼ ਸੰਤ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਅਤੇ ਬਾਬਾ ਦਇਆ ਸਿੰਘ ਜੀ ਕਿਸੇ ਸਮਾਗਮ 'ਤੇ ਆਏ, ਅਤੇ ਉੱਥੇ ਪਿਤਾ ਜੀ ਉਹਨਾਂ ਨੇ ਭੋਗ ਤੋਂ ਬਾਅਦ ਇੱਕ ਕਵਿਤਾ ਬੋਲੀ ਅਤੇ ਕਹਿਣ ਲੱਗੇ, ਨਿਰਮਲ ਸਿਆ ਦਸਮ ਦੀ ਬਾਣੀ ਆਦ ਦੀ ਬਾਣੀ, ਜਿੰਨਾ ਸੋਹਣਾ ਤੂੰ ਗ੍ਰੰਥੀ ਆ, ਜੇ ਕਿਤੇ ਕਵੀਸ਼ਰੀ ਵੱਲ ਪੱਕਾ ਹੋ ਜਾਵੇਂ ਅਤੇ ਬਾਣੀ ਤਾਂ ਆਪਣੇ ਵਾਸਤੇ ਸਿੱਖ ਨੇ ਹਰ ਨੇ ਪੜ੍ਹਨੀ ਹੁੰਦੀ ਆ, ਪਰ ਤੇਰੇ ਵਰਗਾ ਕਵੀਸ਼ਰ ਮੁੜ ਕੇ ਮਾਂ ਨੇ ਪੈਦਾ ਨਹੀਂ ਕਰਨਾ। ਅਤੇ ਉਹ ਸੱਚ ਹੈ। ਅੱਜ ਤੱਕ ਬੇਅੰਤ ਕਵੀਸ਼ਰ ਸਾਰੇ ਸਤਿਕਾਰਯੋਗ ਨੇ, ਪਰ ਪਿਤਾ ਜੀ ਹੋਣਾ ਦੇ ਜੋ ਲਹਿਰੀਏ ਛੰਦ, ਝੋਕ, ਚੁਖਰਵਾਂ ਬੈਂਤ ਇਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਹੀਰ ਗਾਉਣੀ, ਸ਼ੇਰ ਦੇ ਅੰਦਰ ਪੂਰਨ ਗਾਉਣਾ, ਉਹ ਇੱਕ ਵਿਲੱਖਣਤਾ ਹੀ ਆ ਜੀ। ਉੱਦਾਂ ਕਿਸੇ ਕੋਲੋਂ ਬੋਲਿਆ ਨਹੀਂ ਜਾਂਦਾ। ਜਦੋਂ ਅਸੀਂ ਜਾਗੋ ਵਾਲਾ ਜਥਾ ਜਾਣਦੇ ਹਾਂ, ਜਾਗੋ ਵਾਲੇ ਜਥੇ ਦੇ ਵਿੱਚ ਤੁਹਾਡੇ ਪਿਤਾ ਜੀ ਮੇਨ ਹੁੰਦੇ ਸਿੰਘ ਜੀ? ਵੇਖੋ ਜੀ, ਇੱਕ ਜਾਗੋ ਵਾਲਾ ਜਥਾ ਜਿਹੜਾ ਵਾ ਉਹ ਇੰਗਲੈਂਡ ਦੇ ਅੰਦਰ ਆ। ਹਾਂਜੀ।
ਉਹ ਜਥਾ ਅਲੱਗ ਆ ਜੀ। ਸਾਡਾ ਜਿਹੜਾ ਜਾਗੋ ਵਾਲਾ ਜਥਾ ਸੀ, ਇਹ ਜਗਦੀਸ਼ ਸਿੰਘ ਨੇ ਜਾਗੋ ਲਿਖੀ ਸੀ। ਜਿੱਦਾਂ ਪਿਤਾ ਜੀ ਹੁਣਾਂ ਦੀ ਤੁਸੀਂ ਸਰਵਣ ਕੀਤੀ ਹੋਵੇਗੀ, ਕਹਿ ਜਗਦੀਸ਼ ਤੇ ਮਸਤ ਸਲਖਣਾ, ਜਾਗੋ ਬੜੀ ਪਿਆਰੀ, ਨਿਰਮਲ ਦਿਲ ਜਰਨੈਲਾਂ ਦੇ ਨਾਲ ਰੱਖਦੀ ਪੁੱਲ ਤਿਆਰੀ। ਉਹ ਫਿਰ ਗਿਆਨੀ ਜਗਦੀਸ਼ ਸਿੰਘ ਜੀ ਹੋਣੀ, ਉਹਨਾਂ ਨੇ ਜਾਗੋ ਲਿਖੀ ਸੀ, ਪਿਤਾ ਜੀ ਹੁਣਾਂ ਨੇ ਬੋਲੀ। ਫਿਰ ਉਹ ਬਹੁਤ ਜ਼ਿਆਦਾ ਜਿਹੜੀ ਹੈ ਜਾਗੋ ਘਰ ਘਰ ਦੇ ਅੰਦਰ ਅੱਜ ਵੀ ਸਿੰਘ ਸੁਣਦੇ ਨੇ। ਇਹ ਜਾਗੋ ਵਾਲਾ ਜਥਾ ਜਿਹੜਾ ਸੀ ਜੀ, ਇਹ ਜਗੀਰ ਸਿੰਘ ਮਸਤ, ਜਰਨੈਲ ਸਿੰਘ ਗੰਡੀਵਿੰਡ ਤੇ ਸੁਲੱਖਣ ਸਿੰਘ ਕੱਲਾ। ਫਿਰ ਬਾਅਦ ਅੰਦਰ ਜਿਹੜਾ ਉਹ ਦਵਿੰਦਰ ਸਿੰਘ ਮੁੰਡਾ ਪਿੰਡ ਵੀ ਨਾਲ ਆਇਆ ਸੀ। ਜਿਹੜੀ ਜਾਗੋ ਬਹੁਤੀ ਚੱਲਦੀ ਆ ਉਹਦੇ ਵਿੱਚ ਦਵਿੰਦਰ ਸਿੰਘ ਮੁੰਡਾ ਪਿੰਡ ਆ ਜੀ। ਜੀ 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 ਹਾਂਜੀ। ਅੱਛਾ, ਇੱਕ ਇਹ ਪਤਾ ਕਰਨਾ ਵੀ ਸੰਤਾਂ ਦੇ ਨਾਲ ਮੇਲ ਕਦੋਂ ਹੁੰਦਾ, ਕਿਵੇਂ ਹੁੰਦਾ? ਪਹਿਲਾਂ ਪਿਤਾ ਜੀ ਹੋਣੀ ਦਲਪੰਥ ਬਾਬਾ ਬਿਧੀ ਚੰਦ ਸਾਹਿਬ ਦੇ ਅੰਦਰ ਅਵਤਾਰ ਸਿੰਘ ਬ੍ਰਹਮਾ ਜੀ ਤੇ ਪਿਤਾ ਜੀ ਇਹ ਦਲਪੰਥ ਦੇ ਅੰਦਰ ਹੋਇਆ ਕਰਦੇ ਸੀ। ਬਾਬਾ ਪੂਰੇ ਇਸੇ ਤਰ੍ਹਾਂ ਨਿਹੰਗ ਸਿੰਘ ਬਾਣੇ ਦੇ ਅੰਦਰ ਹੁੰਦੇ ਸੀ ਜੀ ਇਹ। ਤੇ ਜਦੋਂ ਫਿਰ ਪਹਿਲਾਂ ਨਾ ਸਾਡੇ ਘਰ ਤੋਂ ਥੋੜੀ ਦੂਰ ਇੱਕ ਹਸਪੀਟਲ ਆ ਡੰਗਰਾਂ ਦਾ, ਜਿਹਨੂੰ ਆਪਾਂ ਹਸਪਤਾਲ ਕਹਿ ਦਿੰਨੇ, ਹਾਂਜੀ ਉੱਥੇ ਸੀਆਰਪੀ ਦੀ ਚੌਂਕੀ ਹੁੰਦੀ ਸੀ। ਜੀ ਤੇ ਉਹਨਾਂ ਨੂੰ ਸਾਡਾ ਘਰ ਥੋੜਾ ਜਿਹਾ ਡੇਰਾ ਸਾਡੇ ਕੋਲ ਪੜਾਅ ਵਾ, ਉਹ ਉਥੋਂ ਓਲੇ ਸੀ ਥੋੜਾ ਜਿਹਾ। ਤੇ ਫਿਰ ਉਹਨਾਂ ਨੇ ਉਥੋਂ ਚੌਂਕੀ ਹਟਾ ਕੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਪ੍ਰਾਇਮਰੀ ਸਕੂਲ ਆ, ਉੱਥੇ ਲੈ ਜਾਂਦੀ ਵੀ ਇਹਨੂੰ ਪਕੜਨਾ ਸੌਖਾ ਹੋ ਜਾਵੇ ਪਿਤਾ ਜੀ ਉਹਨਾਂ ਨੂੰ। ਪਿਤਾ ਜੀ ਹੋਣੀ ਬਹੁਤ ਘੱਟ ਜਿਹੜਾ ਨਾ ਉਹ ਆਉਂਦੇ ਹੁੰਦੇ ਸੀ ਜੀ ਉੱਥੇ ਪੜਾਅ ਤੇ, ਕਿਤੇ ਵੇਲੇ ਕੁ ਵੇਲੇ ਆਉਣਾ, ਰਾਤ ਨੂੰ ਆਉਣਾ, ਕਿਉਂਕਿ ਬ੍ਰਹਮ ਸਿੰਘ ਦੇ ਨਾਲ ਅਵਤਾਰ ਸਿੰਘ ਬ੍ਰਹਮੇ ਦੇ ਨਾਲ ਵੀ ਪੱਗ ਵਟਾਈ ਸੀ, ਸੁਖਦੇਵ ਸਿੰਘ ਸਖੀਰੇ ਦੇ ਨਾਲ ਪੱਗ ਵਟਾਈ ਸੀ, ਤੇ ਸੁਖਵਿੰਦਰ ਸਿੰਘ ਸੰਘੇ ਦੇ ਨਾਲ ਵੀ ਕਾਫੀ ਪਿਆਰ ਸੀ। ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਤੇ ਪਿਤਾ ਜੀ ਹੋਣੀ ਵੀ ਪੱਗ ਵਟ ਭਰਾ ਬਣੇ ਸੀ। ਬਾਬਾ ਚਰਨ ਸਿੰਘ ਜੀ ਹੋਣਾ ਨੂੰ ਵੀ ਸੰਧੂ ਐਸਐਸਪੀ ਨੇ ਜਿਹੜਾ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ, ਅੱਧ ਵਿੱਚੋਂ ਪਾੜ ਦਿੱਤਾ ਸੀ ਬਾਬਾ ਚਰਨ ਸਿੰਘ ਜੀ ਹੋਣਾ ਨੂੰ, ਬੀੜ ਸਾਹਿਬ ਵਾਲਿਆਂ ਨੂੰ। ਤੇ ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਪਿਤਾ ਜੀ ਦਾ ਪਿਆਰ ਸੀ। ਸੋ ਸੰਤਾਂ ਦੇ ਕੋਲ ਜਿਹੜਾ ਵਾ ਉਹ ਪਹਿਲਾਂ ਬਾਬਾ ਜੀ ਦੇ ਕੋਲ ਰਿਹਾ, ਬਾਬਾ ਵਾਹਿਗੁਰੂ ਬਾਬਾ ਦਇਆ ਸਿੰਘ ਸਾਹਿਬ ਜੀ ਸੁਰ ਸਿੰਘ ਵਾਲਿਆਂ ਦੇ ਕੋਲ ਦਲਪੰਥ ਦੇ ਅੰਦਰ ਵਿਚਰੇ। ਉਹਦੇ ਤੋਂ ਬਾਅਦ ਫਿਰ ਜਿਹੜਾ ਵਾ ਇਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਆਏ। ਮੈਂ ਤੁਹਾਨੂੰ ਇੱਕ ਘਟਨਾ ਦੱਸਣਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ। ਉਸ ਜਗ੍ਹਾ ਤੇ ਪਿਤਾ ਜੀ ਹੁਣੀ ਜਦੋਂ ਆਏ ਤੇ ਉਹ ਸਮੇਂ ਦੇ ਅੰਦਰ ਨਾ ਮਹਾਂਪੁਰਸ਼ਾਂ ਨੇ ਇੱਕ ਵਾਰ ਸਾਰੇ ਕਵੀਸ਼ਰ ਤੇ ਢਾਡੀ ਸੱਦੇ, ਕਹਿੰਦੇ ਵੀ ਕੌਮ ਦੀ ਸੇਵਾ ਕਰਦੇ ਜੋ, ਨਿਤਨੇਮ ਕਿੰਨਾ ਕੁ ਕਰਦੇ ਜੋ। ਤੇ ਸਾਰਿਆਂ ਨੂੰ ਕੋਈ ਕਹਿੰਦਾ ਜੀ ਮੈਂ ਮੂਲ ਮੰਤਰ ਦਾ ਕਰ ਲੈਣਾ, ਕੋਈ ਕਹਿੰਦਾ ਜਪਜੀ ਸਾਹਿਬ ਦਾ ਜਾਪ ਕਰ ਲੈਣਾ। ਵੈਸੇ ਸਾਰੇ ਹੀ ਸਤਿਕਾਰਯੋਗ ਨੇ ਜਿਤਨੇ ਵੀ ਬੁਲਾਰੇ ਨੇ, ਮੈਂ ਸਾਰਿਆਂ ਦਾ ਦਿਲੋਂ ਮਾਣ ਕਰਦਾ। ਜਦੋਂ ਪਿਤਾ ਜੀ ਨੂੰ ਪੁੱਛਣ ਲੱਗਾ, ਉਹ ਜਿਹੜਾ ਸਿੰਘ ਪੁੱਛਦਾ ਸੀ, ਤੇ ਮਹਾਂਪੁਰਸ਼ ਕਹਿਣ ਲੱਗੇ ਇਹਨਾਂ ਨੂੰ ਰਹਿਣ ਦਿਓ। ਕਹਿੰਦਾ ਜੀ ਇਹ ਜ਼ਿਆਦਾ ਨਜ਼ਦੀਕੀ ਕਰਕੇ ਤਾਂ ਰਹਿਣ ਦਿਓ। ਕਹਿੰਦੇ ਨਹੀਂ ਫਿਰ ਸੁਣਾਓ ਨਿਰਮਲ ਸੋ ਜੀ। ਤੇ ਇਹਨਾਂ ਨੇ ਉਦੋਂ ਜਾਪ ਸਾਹਿਬ ਜਿਹੜਾ ਫਿਰ ਬਾਣੀ ਸੁਣਾਈ। ਤੇ ਬਹੁਤ ਜ਼ਿਆਦਾ ਪਿਆਰ ਜਿਹੜਾ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਕਈ ਵਾਰ ਪਿਤਾ ਜੀ ਨੂੰ ਮੱਥੇ ਤੋਂ ਫੜ ਲੈਂਦੇ ਹੁੰਦੇ ਸੀ, ਇਹ ਛੋਟੇ ਜਿਹੇ ਸਰੀਰ ਦੇ ਵਿੱਚੋਂ ਆਵਾਜ਼ ਕਿੱਧਰੋਂ ਕੱਢਦਾ। ਇੱਕ ਸ੍ਰੀ ਸਾਹਿਬ ਮਹਾਂਪੁਰਸ਼ਾਂ ਨੂੰ ਕਿਸੇ ਨੇ 2 ਭੇਟਾਂ ਕੀਤੀਆਂ ਜੀ। ਉਹਦਾ ਹੁਣ ਦੇ ਸਮੇਂ ਦੇ ਅੰਦਰ 1.25 ਲੱਖ ਰੁਪਈਆ ਰੇਟ ਹੈ ਉਸ ਸ੍ਰੀ ਸਾਹਿਬ ਦਾ ਪੁਰਾਤਨ ਦਾ। ਉਹ ਆਪਣੇ ਕੋਲ ਚੋਲਾ ਸਾਹਿਬ ਸਥਾਨ ਤੇ ਆ ਜੀ। ਤੇ ਉਹ ਮਹਾਂਪੁਰਸ਼ਾਂ ਨੇ 2 ਆਈਆਂ ਤੇ ਪਿਤਾ ਜੀ ਹੋਣੀ ਮਹਾਂਪੁਰਸ਼ਾਂ ਦੇ ਕੋਲ ਸੀ। ਕਹਿਣ ਲੱਗੇ ਲੈ ਨਿਰਮਲ ਸਿਆਂ, ਜਿਹੜਾ ਪਹਿਲਾਂ ਸ਼ਹੀਦ ਉਹ ਦੂਸਰੇ ਨੂੰ ਯਾਦ ਕਰ ਲਿਆ ਕਰੂ। ਇੱਕ ਵਾਰ ਪਿਤਾ ਜੀ ਹੁਣਾਂ ਨੇ ਵੀ ਬਚਨ ਕਿਹਾ ਸੀ, ਕਹਿੰਦੇ ਜੀ ਸਾਨੂੰ ਵੀ ਜਿਹੜਾ ਵਾ ਉਹ ਯੋਧਿਆਂ ਦੇ ਨਾਲ ਜੂਝਣ ਦਾ ਜਿਹੜਾ ਵਾ ਉਹ ਮੌਕਾ ਬਖਸ਼ਿਸ਼ ਕਰੋ। ਤੇ ਮਹਾਂਪੁਰਸ਼ਾਂ ਨੇ ਕਿਹਾ ਸੀ, ਕਹਿੰਦੇ ਨਿਰਮਲ ਸਿਆਂ ਤੇਰੀ ਆਵਾਜ਼ ਦੇ ਅੰਦਰ ਉਹ ਕਸ਼ਿਸ਼ ਹੈ ਵੀ ਤੂੰ ਜਿਹੜਾ ਇੱਕ ਛੰਦ ਬੋਲਦਾ ਤੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਤਿਆਰ ਬਰ-ਤਿਆਰ ਹੋ ਜਾਂਦੇ। ਤੇ ਮੈਂ ਆਪਣੀਆਂ ਅੱਖਾਂ ਦੇ ਨਾਲ ਵੀ ਵੇਖਿਆ ਵੀ ਆ। ਪੰਜਾਬ ਸਿੰਘ ਛਾਪਾ ਹੁੰਦਾ ਸੀ ਖਾੜਕੂ, ਤੇ ਉਹ ਪਿਤਾ ਜੀ ਹੁਣਾਂ ਦੇ ਕੋਲ ਇੱਕ ਵਾਰੀ ਆਇਆ ਤੇ ਕਹਿੰਦਾ ਵੀ ਮੇਰੀ ਕਵਿਤਾ ਤੁਸੀਂ ਬੋਲਿਓ ਜਦੋਂ ਮੈਂ ਸ਼ਹੀਦ ਹੋਇਆ, ਹੋਰ ਕੋਈ ਕਵੀਸ਼ਰ ਮੇਰੀ ਕਵਿਤਾ ਨਾ ਬੋਲੇ। ਮਤਲਬ ਇੰਨਾ ਜ਼ਿਆਦਾ ਜੋਸ਼ ਦੇ ਅੰਦਰ ਪਿਤਾ ਜੀ ਕਵਿਤਾ ਬੋਲਿਆ ਕਰਦੇ ਸੀ। ਹੋਰ ਬੇਅੰਤ ਘਟਨਾਵਾਂ ਨੇ, ਜਿੱਦਾਂ ਭਿੱਖੀਵਿੰਡ ਥਾਣੇ ਦੇ ਅੰਦਰ ਇੱਕ ਵਾਰ ਸਾਰੇ ਕਵੀਸ਼ਰਾਂ ਨੂੰ ਬੁਲਾਇਆ ਜੀ। ਤੇ ਉਸ ਜਗ੍ਹਾ ਤੇ ਸਾਰੇ ਕਵੀਸ਼ਰ ਜਦੋਂ ਆਏ, ਉੱਥੋਂ ਦਾ ਪੁਲਿਸ ਅਫਸਰ ਉਦੋਂ ਕਹਿਣ ਲੱਗਾ, ਕਹਿੰਦਾ ਜੀ ਤੁਸੀਂ ਸਾਨੂੰ ਕਵਿਤਾ ਸੁਣਾਓ। ਤੇ ਉਹ ਸਾਰੇ ਕਵੀਸ਼ਰ ਸਤਿਕਾਰਯੋਗ ਸੀ, ਮੈਂ ਨਾਮ ਨਹੀਂ ਕਿਸੇ ਦਾ ਲੈਣਾ ਕਿਉਂਕਿ ਸਾਰੇ ਹੀ ਕੌਮ ਦੇ ਉਹ ਸਤਿਕਾਰਯੋਗ ਸੀ। ਤੇ ਉਹਨਾਂ ਸਾਰਿਆਂ ਨੇ ਕਵਿਤਾ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹ ਪਿਤਾ ਜੀ ਨੂੰ ਕਹਿੰਦਾ ਨਿਹੰਗਾ ਤੂੰ ਵੀ ਕਵਿਤਾ ਸੁਣਾ। ਤੇ ਪਿਤਾ ਜੀ ਹੁਣੀ ਕਹਿਣ ਲੱਗੇ, ਕਹਿੰਦੇ ਵੀ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਤੋਂ ਬਗੈਰ ਕਵਿਤਾ ਨਹੀਂ ਬੋਲਦਾ। ਮੈਂ ਗੁਰੂ ਕਾ ਕਵੀਸ਼ਰ, ਮੈਂ ਗੁਰੂ ਕਾ ਕਵੀਸ਼ਰ ਹਾਂ। ਨਾ ਮੈਂ ਡਰ ਦੇ ਨਾਲ ਕਵਿਤਾ ਬੋਲਦਾ, ਨਾ ਮੈਂ ਗੁਰੂ ਦੀ ਹਜ਼ੂਰੀ ਤੋਂ ਬਗੈਰ ਬੋਲਦਾ, ਤੇ ਨਾ ਕਿਸੇ ਦੇ ਭੈ ਦੇ ਅੰਦਰ ਬੋਲਦਾ। ਮੈਂ ਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਕਵਿਤਾ ਬੋਲਦਾ। ਤੇ ਯੋਧਿਆਂ ਦੀਆਂ ਇੱਕ ਉਹਨਾਂ ਦੇ ਅੰਦਰ ਬਹੁਤ ਵੱਡੀ ਗੱਲ ਸੀ ਜੀ, ਜਿੱਥੇ ਵੀ ਕਿਸੇ ਸ਼ਹੀਦ ਸਿੰਘ ਦਾ ਭੋਗ ਹੁੰਦਾ ਸੀ ਤੇ ਪਿਤਾ ਜੀ ਸਾਰੀ ਮਾਇਆ ਜਿੰਨੀ ਉੱਥੋਂ ਹੁੰਦੀ ਸੀ ਸੰਗਤਾਂ ਨੂੰ ਉੱਥੇ ਛੱਡ ਆਉਂਦੇ ਸੀ। ਕਹਿੰਦੇ ਇਹਨੇ ਤਨ ਜਿਹੜਾ ਏ, ਸਰੀਰ ਜਿਹੜਾ ਕੌਮ ਦੇ ਲੇਖੇ ਲਾਤਾ, ਮੈਂ ਮਾਇਆ ਕਿਉਂ ਖੜਾ। ਇਹ ਗੱਲਾਂ ਭਾਈ ਅਵਤਾਰ ਸਿੰਘ ਜੀ ਯੂਕੇ ਦੇ ਅੰਦਰ ਨੇ, ਸਰਹਾਲੀ ਦੇ
ਅਸੀਂ ਯੂਕੇ ਟੂਰ ਲਾਉਣ ਵਾਸਤੇ ਗਏ ਸੀ ਜਥੇ ਦੇ ਨਾਲ, ਤੇ ਉਦੋਂ ਉਹਨਾਂ ਨੇ ਇਹ ਬਚਨ ਦੱਸਿਆ, ਕਹਿੰਦੇ ਭਜੰਗੀਆ ਤੈਨੂੰ ਪਤਾ? ਮੈਂ ਕਿਹਾ ਜੀ ਮੈਨੂੰ ਪਤਾ, ਪਿਤਾ ਜੀ ਹੁਣੀ ਇੱਦਾਂ ਛੱਡ ਆਇਆ ਕਰਦੇ ਸੀ ਮਾਇਆ ਉੱਥੇ। ਤੇ ਬਹੁਤ ਸਾਰੀਆਂ ਉਦੋਂ ਲੜਕੀਆਂ ਦੇ ਪਿਤਾ ਜੀ ਹੋਣਾ ਨੇ ਜਿਹੜੀਆਂ ਮੈਰਿਜਾਂ ਵੀ ਕੀਤੀਆਂ। ਅੱਜ ਵੀ ਸਾਡੇ ਸਥਾਨ ਤੇ ਚੋਲਾ ਸਾਹਿਬ ਮਹੀਨੇ ਦੇ ਅੰਦਰ ਕਿਸੇ ਨਾ ਕਿਸੇ ਲੜਕੀ ਦਾ ਜਿਹੜਾ ਲੋੜਵੰਦ ਪਰਿਵਾਰ ਦਾ ਉਹ ਮੈਰਿਜ ਉੱਥੇ ਹੁੰਦੀ ਆ ਜੀ, ਉਹ ਘਰ ਚੱਲਦੇ ਨੇ। ਜਦੋਂ ਇਹ ਸੰਘਰਸ਼ ਚੱਲਦਾ ਸੀਗਾ ਤੇ ਉਹ ਸੱਚ ਆਪਣੀ ਗੱਲ ਰਹਿ ਗਈ ਜੀ, ਜਦੋਂ ਉੱਥੇ ਭਿੱਖੀਵਿੰਡ ਥਾਣੇ ਦੇ ਅੰਦਰ ਫਿਰ ਇਹਨਾਂ ਨੂੰ ਆਖਿਆ, ਤੇ ਉਹ ਥਾਣੇਦਾਰ ਕਹਿੰਦਾ ਜੀ ਸਾਨੂੰ ਬੁਲਾਉਣਾ ਆਉਂਦਾ। ਪਿਤਾ ਜੀ ਕਹਿੰਦਾ ਮੈਂ ਗੁਰੂ ਦਾ ਸਿੰਘ ਹਾਂ। ਤੇ ਉੱਥੇ ਬਹੁਤ ਜ਼ਿਆਦਾ ਪਿਤਾ ਜੀ ਦੇ ਤਸ਼ੱਦਦ ਕੀਤਾ। ਸੁਖਦੇਵ ਸਿੰਘ ਛੋਟਾ ਨਾਮ ਉਹਨਾਂ ਦਾ ਪੱਪੂ ਹੈ ਜੀ, ਤੇ ਉਹ ਜੋੜ ਸਿੰਘ ਵਾਲੇ ਦੇ ਨੇ, ਅੱਜ ਵੀ ਸਰੀਰ ਕਰਕੇ ਹੈਗੇ ਨੇ। ਉਦੋਂ ਹੋਮਗਾਰਡ ਦੇ ਅੰਦਰ ਉਹ ਡਿਊਟੀ ਕਰਦੇ ਸੀ। ਇੱਕ ਸਿੰਘ ਉਹਨਾਂ ਦੇ ਨਾਲ ਹੋਰ ਡਿਊਟੀ ਕਰਦਾ ਸੀ। ਉਹਨਾਂ ਨੇ ਆਖਿਆ ਜੇ ਕਿਸੇ ਨੂੰ ਸ਼ੰਕਾ ਹੋਵੇ ਤੇ ਤੁਸੀਂ ਇਹ ਬਚਨ ਬੋਲ ਦਿਓ ਤੇ ਸਾਡਾ ਨੰਬਰ ਦੇ ਦਿਓ, ਸਾਡੇ ਨਾਲ ਗੱਲ ਵੀ ਕਰ ਲੈਣ ਵੀ ਮੈਂ ਉੱਥੇ ਮੌਜੂਦ ਸੀ। ਇੱਦਾਂ ਹੀ ਇੱਕ ਵਾਰੀ ਨਾ ਆਲਮ ਲੋਹਾਰ ਕੇ ਪਤਾ ਨਹੀਂ ਆਲਮ, ਇੱਦਾਂ ਇੱਕ ਪੁਲਿਸ ਦਾ ਬਹੁਤ ਵੱਡਾ ਅਫਸਰ ਸੀ ਜੀ, ਉਹ ਪਿਤਾ ਜੀ ਉਹਨਾਂ ਨੂੰ ਚੋਲਾ ਸਾਹਿਬ ਤੋਂ ਬਾਹਾਂ ਬੰਨ੍ਹ ਕੇ ਲੈ ਗਿਆ, ਅੱਖਾਂ 'ਤੇ ਪੱਟੀ ਬੰਨ੍ਹੀ ਤੇ ਉਹ ਲੈ ਗਿਆ। ਜਦੋਂ ਉੱਥੇ ਖੜਿਆ ਉਹ ਇੰਨਾ ਜ਼ਿਆਦਾ ਜ਼ਾਲਮ ਸੀ, ਕਿਸੇ ਨੂੰ ਛੱਡਦਾ ਨਹੀਂ ਸੀ। ਉਹ ਪਿਤਾ ਜੀ ਦੀ ਆਵਾਜ਼ ਦਾ ਐਡਾ ਕਹਿਲ ਹੋਇਆ, ਕਹਿਣ ਲੱਗਾ ਵੀ ਇਹਨਾਂ ਨੂੰ ਉਸੇ ਜਿਪਸੀ ਦੇ ਅੰਦਰ ਹੀ ਕਹਿੰਦਾ ਇਹਨਾਂ ਨੂੰ ਵਾਪਸ ਕਰ ਆਓ, ਵੀ ਐਡਾ ਹੀਰਾ ਜਿਹੜਾ ਜੇ ਮੈਂ ਸ਼ਹੀਦ ਕਰ ਦਿੱਤਾ ਤੇ ਮੈਂ ਕਿੱਥੇ ਦੇਣ ਦੇਵਾਂਗਾ। ਕਈ ਪੁਲਿਸ ਵਾਲੇ ਐਡੇ ਚੰਗੇ ਵੀ ਸੀ। ਇੱਕ ਅੰਕਲ ਦਾ ਮੈਨੂੰ ਨਾਮ ਨਹੀਂ ਯਾਦ ਆਉਂਦਾ, ਉਹ ਅੰਮ੍ਰਿਤ ਵੇਲੇ ਸਾਡੇ ਕੋਲ ਆ ਜਾਇਆ ਕਰਦੇ ਸੀ ਪਿਤਾ ਜੀ ਨੂੰ, ਜਦੋਂ ਉਹਨਾਂ ਨੇ ਫੜਨ ਵਾਸਤੇ ਆਉਣਾ ਹੁੰਦਾ ਸੀ ਤੇ ਪਿਤਾ ਜੀ ਨੂੰ ਅੰਮ੍ਰਿਤ ਵੇਲੇ ਹੀ ਉਹਨਾਂ ਜਿਪਸੀ 'ਚ ਭਾ ਕੇ ਆਖਣਾ ਵੀ ਤੁਹਾਨੂੰ ਕਿੱਥੇ ਛੱਡ ਕੇ ਆਈਏ। ਤੇ ਸੇਵ ਜਗ੍ਹਾ ਤੇ ਕਾਫੀ ਵਾਰ ਇੰਟਰੋਗੇਟ ਕੀਤਾ ਗਿਆ, ਬਹੁਤ ਵਾਰ ਇੰਟਰੋਗੇਟ ਕੀਤਾ ਜੀ। ਇੱਕ ਵਾਰ ਤੇ ਮੈਂ ਤੁਹਾਨੂੰ ਭਿੱਖੀਵਿੰਡ ਦੀ ਗੱਲ ਸੁਣਾਈ ਹੈ। ਇੱਕ ਵਾਰ ਪਿਤਾ ਜੀ ਹੋਣੀ ਕਿਸੇ ਪ੍ਰੋਗਰਾਮ ਤੋਂ ਆ ਰਹੇ ਸੀ, ਨਾਲ ਸਰਦਾਰ ਜਰਨੈਲ ਸਿੰਘ ਗਿੱਲ ਗੰਡੀਵਿੰਡ ਵਾਲੇ ਪਿਤਾ ਜੀ ਦੇ ਸਾਥੀ ਸੀ, ਜਗੀਰ ਸਿੰਘ ਮਸਤ, ਜਿਹੜੇ ਉਹ ਬੱਸ ਦੇ ਵਿੱਚ ਬੈਠੇ ਸੀ। ਤੇ ਪਿਤਾ ਜੀ ਹੋਣੀ ਗਰਮੀ ਦਾ ਮੌਸਮ ਸੀ, ਉੱਪਰ ਬਹਿ ਗਏ ਸੀ, ਕਿਉਂਕਿ ਹੁਣ ਵਾਂਗ ਏਸੀ ਬੱਸਾਂ ਤੇ ਨਹੀਂ ਸੀ ਹੁੰਦੀਆਂ ਉਦੋਂ, ਆਪਾਂ ਸਾਰੇ ਜਾਣਦੇ ਹੀ ਹਾਂ। ਤੇ ਪਿਤਾ ਜੀ ਹੋਣਾ ਨੂੰ ਫੜਨ ਵਾਸਤੇ ਵੀ ਥਾਂ ਥਾਂ ਤੇ ਪੁਲਿਸ ਜਿਹੜੀ ਹੈ ਨਾ, ਕਈ ਵਾਰੀ ਭੇਸ ਬਦਲ ਕੇ ਜਾਣਾ ਪੈਂਦਾ ਸੀ ਪਿਤਾ ਜੀ ਨੂੰ। ਕਈ ਵਾਰੀ ਡਰਾਈਵਰਾਂ ਦਾ ਭੇਸ ਜਿਹਾ ਬਣਾ ਲੈਣਾ ਤੇ ਉੱਥੇ ਜਾ ਕੇ ਉਸੇ ਵੇਲੇ ਬਸਤਰ ਤਿਆਰ ਕਰਕੇ ਜਿਹੜਾ ਛਟੇਈ ਤੇ ਫਿਰ ਉਹਨਾਂ ਨੇ ਕਹਿਣਾ ਆਹ ਤੇ ਬੰਦਾ ਡਰਾਈਵਰ ਜਿਹਾ ਬਣ ਕੇ ਆਇਆ ਸੀ ਤੇ ਇੱਥੇ ਕਿੱਦਾਂ ਗਾਉਣ ਡਿਆ ਪਿਆ, ਤਿਆਰ ਬਰਤਿਆਰ ਹੋ ਕੇ ਜਿਹੜਾ ਉਸੇ ਵੇਲੇ ਸਟੇਜ ਤੇ ਜਿਹੜਾ ਜੀ ਫਿਰ ਉਹਨਾਂ ਨੇ ਸੇਵਾ ਕਰਨੀ। ਇੱਦਾਂ ਹੀ ਇੱਕ ਵਾਰੀ ਜੀਰੇ ਦੇ ਅੰਦਰ ਬਾਬਾ ਥਾਣੇਦਾਰ ਸੀ ਜੀ, ਉਹਨੇ ਪਿਤਾ ਜੀ ਹੋਣਾ ਨੂੰ ਗੱਡੀ ਤੋਂ ਲਾਇਆ, ਸਰਦਾਰ ਜਰਨੈਲ ਸਿੰਘ ਗਿੱਲ ਗੰਡੀਵਿੰਡ ਵਾਲੇ ਉਹਨਾਂ ਨੂੰ ਵੀ ਲਾਇਆ ਤੇ ਪਿਤਾ ਜੀ ਹੋਣਾ ਨੂੰ ਬਹੁਤ ਜ਼ਿਆਦਾ ਇੰਟਰੋਗੇਟ ਕੀਤਾ ਜੀ। ਇੱਕ ਦਿਨ ਦੇ ਅੰਦਰ ਪਿਤਾ ਜੀ ਹੋਣਾ ਨੂੰ ਇੰਨਾ ਜ਼ਿਆਦਾ ਇੰਟਰੋਗੇਟ ਕਰਤਾ ਸੀ ਵੀ ਕਾਫੀ ਚਿਹਰਾ ਵੀ ਸੁੱਜ ਗਿਆ ਸੀ। ਤੇ ਸਰਦਾਰ ਜਗੀਰ ਸਿੰਘ ਜੀ ਮਸਤ ਉਦੋਂ ਫਿਰ ਮਹਿਤੇ ਆਏ ਮਹਾਂਪੁਰਸ਼ਾਂ ਦੇ ਕੋਲ ਜੀ। ਇਹ ਵਾਰਤਾ ਜਿਹੜੀ ਹੈ ਸੰਘਰਸ਼ 84 ਜਦੋਂ ਸਾਡੇ ਤੇ ਘੱਲੂ ਘਰ ਵਾਪਰ, ਉਸ ਤੋਂ ਪਹਿਲੇ ਦੀ ਕਿ ਬਾਅਦ? ਨਹੀਂ ਜੀ, ਉਸ ਤੋਂ ਬਾਅਦ ਦੀ ਆ ਜੀ, ਕਿਉਂਕਿ ਪਿਤਾ ਜੀ ਹੋਣੀ 91 ਦੇ ਅੰਦਰ ਸ਼ਹੀਦ ਹੋਏ ਆ ਜੀ, ਬਾਅਦ ਅੰਦਰ ਸ਼ਹੀਦ ਹੋਇਆ। ਇਹ ਬਾਅਦ ਦੀ ਘਟਨਾਵਾਂ ਜੀ, 84 ਤੋਂ ਬਾਅਦ ਦੀਆਂ ਵਾ ਇਹ ਜਿੰਨੀਆਂ ਵੀ ਘਟਨਾਵਾਂ ਮੈਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ, ਇਹ ਤਕਰੀਬਨ 84 ਤੋਂ ਬਾਅਦ ਦੀਆਂ ਜੀ। ਤੇ ਉਸ ਵਕਤ ਬਾਬਾ ਜੀ ਦੇ ਕੋਲ ਗਏ, ਬਾਬਾ ਜੀ ਨੂੰ ਜਗੀਰ ਸਿੰਘ ਮਸਤ ਨੇ ਆਖਿਆ, ਕਹਿਣ ਲੱਗੇ ਵੀ ਇਸ ਤਰ੍ਹਾਂ ਨਿਰਮਲ ਸੋ ਨੂੰ ਜਿਹੜਾ ਉਹ ਥਾਣੇਦਾਰ ਨੇ, ਬਾਬਾ ਥਾਣੇਦਾਰ ਆ ਜੀਰੇ ਲੱਗਾ ਤੇ ਉਹਨੇ ਲਾ ਲਿਆ ਤੇ ਉਹਨੇ ਛੱਡਣਾ ਨਹੀਂ, ਵੀ ਉਹਨੇ ਸੜਕ ਤੇ ਲਾਉਂਦਿਆਂ ਸਾਰੀ ਲੰਮਾ ਪਾ ਲਿਆ ਸੀ ਤੇ ਡਾਂਗਾਂ ਦੇ ਕੇ ਮੁੰਡਿਆਂ ਨੂੰ ਸੜਕ ਤੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਤੇ ਬੁਰੀ ਹਾਲ ਸੜਕ ਤੇ ਹੀ ਕਰ ਦਿੱਤੀ ਸੀ। ਕਸੂਰ ਬਸ ਸੱਚ ਬੋਲਣਾ ਜੀ। ਅੱਜ ਵੀ ਸੱਚ ਬੋਲਣ ਵਾਲਿਆਂ ਨੂੰ ਤੁਸੀਂ ਵੇਖਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਟੈਕ ਕੀਤਾ ਜਾਂਦਾ। ਸੱਚ ਜਿਹੜਾ ਹੈ ਉਹ ਜ਼ਾਲਮ ਨੂੰ ਚੁੱਭਦਾ ਹੈ ਜੀ। ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜ਼ਾਲਮ ਦਾ ਵੈਰ ਹੀ ਬਸ ਸੱਚ ਦਾ ਹੈ ਜੀ। ਤੇ ਜਿਹੜਾ ਗੁਰੂ ਨਾਨਕ ਦੇ ਘਰ ਦਾ ਅਸਲ ਸਿੱਖ ਹੈ ਉਹ ਵੈਰੀ ਨੂੰ ਚੁੱਭੇਗਾ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਬਹੁਤ ਜ਼ਿਆਦਾ ਦੁਨੀਆ ਦੇ ਲੋਕ ਜੋ ਮਰਜ਼ੀ ਕਹਿ ਦੇਣ ਉਹ ਇੱਦਾਂ ਸੀ ਜਿਹੜੇ ਵਿਰੋਧੀ ਨੇ, ਪਰ ਉਹਨਾਂ ਦਾ ਮੋਮ ਵਰਗਾ ਹਿਰਦਾ ਸੀ। ਕਿੰਨੇ ਹਿੰਦੂ ਪਰਿਵਾਰ ਉਹਨਾਂ ਨੇ ਵਸਾਏ ਨੇ, ਕਿੰਨੀਆਂ ਬੇਟੀਆਂ ਨੂੰ ਦਾਜ ਤੋਂ ਛੱਡਿਆ ਜਾਂਦਾ ਸੀ ਤੇ ਉਹਨਾਂ ਬੇਟੀਆਂ ਦੇ ਜਿਹੜਾ ਉਹਨਾਂ ਆਖਿਆ ਮੇਰੀਆਂ ਧੀਆਂ ਤੇ ਅੱਜ ਵੀ ਉਹ ਸੁਖੀ ਵਸਣ ਡਈਆਂ ਨੇ। ਬਹੁਤ ਦਿਆਲੂ ਤੇ ਕਿਰਪਾਲੂ ਸੀ ਮਹਾਂਪੁਰਸ਼। ਮੇਰੇ ਉਹਨਾਂ ਦੇ ਭਰਾ ਜੀ ਨਾਲ ਵੀ ਇੰਟਰਵਿਊ ਹੋਈ ਸੀਗੀ ਸੰਤਾਂ ਦੇ, ਉਹਨਾਂ ਨੇ ਵੀ ਦੱਸਿਆ ਸੀ ਉਹਨਾਂ ਦਾ ਇੱਕ ਪੱਖ ਹੀ, ਇੱਕ ਰੂਪ ਹੀ ਲੋਕਾਂ ਤੱਕ ਪਹੁੰਚਾਇਆ ਗਿਆ, ਦੂਜਾ ਜਿਹੜਾ ਉਹਨਾਂ ਦਾ ਬਿਲਕੁਲ ਜੀ ਜਿਹੜਾ ਵਿਰੋਧੀ ਹੁੰਦਾ ਵਾ ਨਾ ਜੀ, ਉਹ ਸਾਡਾ ਉਹ ਰੂਪ ਜਿਹੜਾ ਵਿਖਾਉਂਦਾ ਵਾ ਜਿਸ ਰੂਪ ਦੇ ਨਾਲ ਸਾਡੇ ਤੋਂ ਲੋਕ ਨਫ਼ਰਤ ਕਰਨ। ਜਿਹੜੀ ਸਾਡੇ ਅੰਦਰ ਦਇਆ ਧਰਮ ਦੀ ਗੱਲ ਹੁੰਦੀ ਹੈ ਉਹ ਨਹੀਂ ਵਿਖਾਉਂਦਾ। ਸੰਤ ਜੀ ਹੋਣਾ ਨੂੰ ਅੱਜ ਤੱਕ ਜਿਹੜਾ ਵਾ ਉਹ ਇੱਕ ਖਾੜਕੂ ਦੇ ਰੂਪ ਅੰਦਰ ਹੀ ਪੇਸ਼ ਕੀਤਾ ਗਿਆ, ਪਰ ਇਹ ਦੱਸਦੇ ਨਹੀਂ ਨਾ ਖਾੜਕੂ ਬਣਦੇ ਕਿਉਂ ਨੇ। ਖਾੜਕੂ ਤੇ ਜਿਹੜਾ ਵਾ ਮਹਾਰਾਜ ਸਾਹਿਬ ਜੀ ਨੂੰ ਵੀ ਬਾਗੀ ਆਖਿਆ ਗਿਆ, ਸਾਹਿਬਜ਼ਾਦਿਆਂ ਨੂੰ ਬਾਗੀ ਆਖਿਆ ਗਿਆ। ਜਦੋਂ ਤੁਸੀਂ ਜ਼ੁਲਮ ਹੀ ਇੰਨਾ ਜ਼ਿਆਦਾ ਕਰ ਦੋਗੇ ਤਾਂ ਫਿਰ ਉਹ ਜ਼ੁਲਮ ਨੂੰ ਰੋਕਣ ਵਾਸਤੇ ਕੋਈ ਸੂਰਮਾ ਆਵੇਗਾ। ਅੱਛਾ, ਜਦੋਂ ਇਹਨਾਂ ਨੂੰ ਇੰਟਰੋਗੇਟ ਕੀਤਾ ਇਹਨਾਂ ਲਾਸਟ ਵਾਰੀ ਜਿਹੜੀ ਕੋਈ ਅਜਿਹੀ ਘਟਨਾ ਉਹ ਕਿਹੜੀ ਸੀਗੀ ਜੀ? ਇੱਕ ਬਚਨ ਆਪਾਂ ਉਹ ਪੂਰਾ ਕਰ ਲਈਏ ਜੀ, ਜੀਰੇ ਵਾਲਾ ਜਿਹੜਾ ਰਹਿ ਗਿਆ। ਫਿਰ ਮਹਾਂਪੁਰਸ਼ ਕਹਿਣ ਲੱਗੇ ਬਾਬਾ ਠਾਕਰ ਸਿੰਘ ਜੀ ਵੀ ਬਾਬਾ ਜੋਗਿੰਦਰ ਸਿੰਘ ਜੀ ਹੋਣਾ ਦੇ ਕੋਲ ਜਾਈਏ।
ਬਾਬਾ ਜੋਗਿੰਦਰ ਸਿੰਘ ਜੀ ਹੁਣੀ ਉਪਰਾਲਾ ਕਰ ਸਕਦੇ ਨੇ। ਬਾਬਾ ਜੋਗਿੰਦਰ ਸਿੰਘ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰਯੋਗ ਪਿਤਾ ਜੀ ਸੀ ਜੀ। ਉਹਨਾਂ ਨੇ ਜਾ ਕੇ ਫਿਰ ਉਪਰਾਲਾ ਕੀਤਾ। ਬਾਬਾ ਠਾਕਰ ਸਿੰਘ ਜੀ ਹੋਣਾ ਨੇ ਤੇ ਪਿਤਾ ਜੀ ਨੂੰ ਜੀਰੇ ਥਾਣੇ ਦੇ ਵਿੱਚੋਂ ਜਦੋਂ ਛਡਾਉਣ ਵਾਸਤੇ ਗਏ ਤੇ ਉਹ ਥਾਣੇਦਾਰ ਕਹਿਣ ਲੱਗਾ, ਬਾਬਾ ਕਹਿੰਦਾ ਵੀ ਮੈਂ 2 ਖਾੜਕੂ ਫੜੇ, ਉਹਨਾਂ ਦੇ ਕੋਲੋਂ ਅਸਲਾ ਵੀ ਫੜਿਆ, ਜੀ ਮੈਂ ਉਹਨਾਂ ਨੂੰ ਛੱਡ ਦਿੰਦਾ ਪਰ ਇਹਨੂੰ ਨਹੀਂ ਛੱਡਣਾ। ਤੁਹਾਡੇ ਪਿਤਾ ਜੀ ਸਾਡੇ ਪਿਤਾ ਜੀ ਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਨਹੀਂ ਛੱਡਣਾ। ਕਸੂਰ ਕੀ ਸੀ? ਬਾਬਾ ਜੀ ਕਹਿਣ ਦੋਸ਼ ਕੀ ਸੀ ਉਹਨਾਂ ਤੇ ਲਾਇਆ? ਹਾਂਜੀ, ਮੈਂ ਆਪ ਜੀ ਨੂੰ ਦੱਸਣ ਲੱਗਾ ਜੀ, ਵੀਰ ਹਰਪਾਲ ਸਿੰਘ ਜੀ। ਉਹ ਕਹਿਣ ਲੱਗੇ ਵੀ ਉਹ ਜਿਹੜੇ ਖਾੜਕੂ ਉਹਨਾਂ ਦੇ ਕੋਲੋਂ ਅਸਲਾ ਫੜਿਆ ਸੀ ਜੀ, ਉਹਨਾਂ ਨੂੰ ਅਸੀਂ ਅੱਜ ਨਹੀਂ ਕੱਲ ਨੂੰ ਮੁਕਾਬਲੇ ਦੇ ਅੰਦਰ ਸ਼ਹੀਦ ਕਰ ਦੇਵਾਂਗੇ ਜੀ। ਕਹਿੰਦੇ ਜਦੋਂ ਇੱਕ ਆਵਾਜ਼ ਇਹ ਲਾਉਂਦਾ ਨਾ, ਸਿੰਘਾ ਜਾਗ ਪਈ ਜਾਗੂ ਆਈ ਹੈ, ਜਾਂ ਇਦਾਂ ਦੀਆਂ ਕਵਿਤਾ ਜਿਹੜੀਆਂ ਯੋਧਿਆਂ ਦੀਆਂ ਬੋਲਦਾ, ਕਹਿੰਦੇ 50 ਮੁੰਡੇ ਬਣਨ ਵਾਸਤੇ ਤਿਆਰ ਹੋ ਜਾਂਦੇ। ਸਾਨੂੰ ਇਹ ਮਾਰਨਾ ਜ਼ਰੂਰੀ ਹੈ। ਉਹਨਾਂ ਨੂੰ ਤੇ ਅਸੀਂ ਬਾਅਦ ਅੰਦਰ ਵੀ ਘੇਰੇ ਦੇ ਅੰਦਰ ਕਿਤੇ ਨਾ ਕਿਤੇ ਮੁਕਾਬਲਾ ਹੋਵੇਗਾ ਤੇ ਸ਼ਹੀਦ ਕਰ ਦੇਵਾਂਗੇ। ਇਸ ਕਰਕੇ ਇਹਨੂੰ ਨਹੀਂ ਛੱਡਣਾ। ਇਹ 12 ਗਾ ਕੇ ਯੋਧੇ ਪੈਦਾ ਕਰ ਰਹੇ ਹੋ। ਵੇਖੋ ਜੀ, ਨੱਥਮਲ ਤੇ ਅਬਦਲ ਜੀ ਜਦੋਂ ਆਏ ਜੀ ਤੇ ਗਰੀਬ ਨਵਾਜ ਗੁਰਦੇਵ ਪਾਤਸ਼ਾਹੀ ਦੇ ਕੋਲ, ਤੇ ਉਸ ਵਕਤ ਬਾਦਸ਼ਾਹ ਦੇ ਕੋਈ ਉਲਟ ਥੋੜਾ ਬੋਲਦਾ ਸੀ। ਉਸ ਵਕਤ ਕੇਵਲ ਜਿਹੜਾ ਇਹ ਨੱਥਮਲ ਤੇ ਅਬਦਲ ਜੀ ਨੇ ਜਦੋਂ ਗਰੀਬ ਨਵਾਜ ਗੁਰਦੇਵ ਪਾਤਸ਼ਾਹੀ ਦੀ ਉਪਮਾ ਵੇਖਿਆ, ਹਜ਼ੂਰ ਦੇ ਵੱਲੇ ਤੱਕਿਆ ਤੇ ਉਹਨਾਂ ਨੇ ਫਿਰ ਬੋਲਿਆ, 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਗਾਹਾਂ ਕੋਟਗੜ੍ਹ ਵਾਹਿਗੁਰੂ। ਇਹ ਆਪਾਂ ਕਰ ਸਕਦੇ। ਕੰਟੀਨਿਊ ਕਰੋ। ਇਸੇ ਤਰੀਕੇ ਦੇ ਨਾਲ ਉਸ ਵਕਤ ਹਕੂਮਤ ਨੂੰ ਚੈਲੰਜ ਜਿਹੜਾ ਹੈ ਉਹ ਨੱਥਮਲ ਤੇ ਅਬਦਲ ਜੀ ਨੇ ਕੀਤਾ, ਤੇ ਜਿਹੜਾ ਵੀ ਸੱਚ ਬੋਲੇਗਾ ਉਹਨੂੰ ਹਕੂਮਤ ਜਿਹੜੀ ਹੈ ਉਹ ਨਹੀਂ ਬਰਦਾਸ਼ਤ ਕਰੇਗੀ। ਤੁਸੀਂ ਜਿਵੇਂ ਤੁਹਾਡੇ ਪਿਤਾ ਜੀ ਗਾਉਂਦੇ ਸਨ, ਹਾਂਜੀ, ਉਸ ਵੇਲੇ ਦੀ ਕੋਈ ਬਹੁਤ ਜ਼ਿਆਦਾ ਤੁਹਾਨੂੰ ਕੋਈ ਚੇਤੇ ਛੰਦ ਹੋਵੇ, ਕੋਈ ਉਹਨਾਂ ਦੀ ਕਵੀਸ਼ਰੀ ਯਾਦ ਹੋਵੇ, ਕੋਈ ਦੱਸ ਸਕਦੇ ਹੋ? ਕੋਈ ਛੰਦ ਤੇ ਕਾਫੀ ਆ ਜੀ। ਹਾਂਜੀ, ਪਰ ਮੈਂ ਇੱਕ ਲਹਿਰੀਏ ਛੰਦ ਦਾ ਇੱਕ ਟੱਪਾ ਆਪ ਜਨ ਸਾਂਝਾ ਕਰ ਲਵਾਂਗਾ। ਪਿਤਾ ਜੀ ਹੁਣਾਂ ਦੀਆਂ ਬਹੁਤ ਪੁਰਾਣੀਆਂ TC ਰਾਜ ਦੇ ਅੰਦਰ ਜਿਹੜੀਆਂ ਉਹ ਕੈਸਟਾਂ ਚੱਲੀਆਂ ਸੀ ਜੀ। ਹਰੀ ਸਿੰਘ ਸ਼ੇਰ ਜਾਵੇ ਲਲਕਾਰਦਾ, ਵਾਰ ਕੌਣ ਚੱਲ ਸਕੇ ਉਹਦੇ ਵਾਰ ਦਾ, ਕਰੇ ਜੀ ਦੇ ਉੱਤੇ ਵਾਰ ਤਲਵਾਰ ਦਾ, ਉਹਦੇ ਸੂਰਮਾ ਬਣਾ ਦਵੇ ਪਲਾਂ 'ਚ ਡੱਕਰੇ, ਜੋ ਦੇ ਧੂਕੇ ਤਲਵਾਰਾਂ ਹੱਥੋਂ ਹੱਥੀ ਟੱਕਰੇ। ਇਹ ਪਿਤਾ ਜੀ ਹੁਣੀ ਤੇ ਬਹੁਤ ਜੋਸ਼ ਦੇ ਅੰਦਰ ਬੋਲਦੇ ਜੀ। ਤੁਸੀਂ ਫਿਰ ਉਹਨਾਂ ਕੋਲੋਂ ਟ੍ਰੇਨਿੰਗ ਲਈ ਸਿੱਖੇ ਥੋੜਾ ਬਹੁਤਾ? ਨਹੀਂ, ਪਿਤਾ ਜੀ ਹੁਣਾਂ ਦੀਆਂ ਟੇਪਾਂ ਸਰਵਨ ਕਰ ਕਰਕੇ, ਤੇ ਕੁਝ ਸਾਡੇ ਉਸਤਾਦ ਜੀ ਨੇ, ਗਿਆਨੀ ਬਖਸ਼ੀਸ਼ ਸਿੰਘ ਜੀ ਨੇ ਮੈਨੂੰ ਬਹੁਤ ਦੱਸਿਆ ਜੀ, ਉਹ ਪਿਤਾ ਜੀ ਹੁਣਾਂ ਦੇ ਸ਼ਾਗਿਰਦ ਨੇ ਜੀ। ਬਹੁਤ ਵਧੀਆ ਹੋਇਆ, ਉਹਨਾਂ ਦਾ ਜ਼ਿਕਰ ਹੋ ਚੱਲਿਆ ਜੀ। ਉਹਨਾਂ ਨੇ 6 ਸਾਲ ਪਿਤਾ ਜੀ ਦੀ ਸੇਵਾ ਕੀਤੀ ਜੀ, ਲਗਾਤਾਰ 6 ਸਾਲ ਜਿਹੜਾ ਵਾ ਉਹ ਸਾਈਕਲ ਤੇ। ਇੱਕ ਬਖਸ਼ੀਸ਼ ਸਿੰਘ ਚੋਲਾ ਸਾਹਿਬ ਦੇ ਡਰਾਈਵਰ ਹੁੰਦੇ ਸੀ ਰੋਡਵੇਜ ਦੇ ਅੰਦਰ, ਉਹ ਪਿਤਾ ਜੀ ਦੇ ਬੜੇ ਸੱਜਣ ਸੀ। ਉਹਨਾਂ ਨੇ ਅਗਲੀ ਸੀਟ ਜਿਹੜੀ ਰੋਡਵੇਜ ਦੀ ਹੁੰਦੀ ਉਹ ਪੱਕੀ ਰੱਖੀ ਹੁੰਦੀ ਸੀ ਵੀ ਜਿੰਨੀ ਮਰਜ਼ੀ ਸਵਾਰੀ ਆ ਜੇ ਇੱਥੇ ਨਹੀਂ ਕਿਸੇ ਨੂੰ ਬਹਿਣ ਦੇਣਾ। ਭਾਈ ਨਿਰਮਲ ਸਿੰਘ ਬੈਠਾ। ਉਹਦਾ ਕਾਰਨ ਇਹ ਸੀ ਜੀ, ਪੁਲਿਸ ਬਹੁਤ ਜ਼ਿਆਦਾ ਤੰਗ ਕਰਦੀ ਸੀ, ਤੇ ਪਿਤਾ ਜੀ ਚੋਲਾ ਸਾਹਿਬ ਤੋਂ ਲੈ ਕੇ ਮੋਹਨਪੁਰ, ਡੇਰਾ ਸਾਹਿਬ, ਜਾਮਾਰਾ, ਚੱਕ, ਇੱਦਾਂ ਥੱਲੇ ਥੱਲੇ ਮੰਡ ਦਾ ਏਰੀਆ ਸੀ, ਤੇ ਉਤੋਂ ਕਿਤਿਓਂ ਵੀ ਉਹ ਬੱਸ ਤੇ ਚੜ੍ਹ ਜਾਂਦੇ ਸੀ ਜੀ। ਹਾਂਜੀ। ਤੇ ਤੁਸੀਂ ਜਿਵੇਂ ਦੱਸ ਰਹੇ ਸੀ, ਉਹ ਕਿਹੜੀ ਘਟਨਾ ਸੀ ਲਾਸਟ ਦੇ ਵਿੱਚ, ਅੰਤ ਦੇ ਵਿੱਚ, ਜਦੋਂ ਉਹਨਾਂ ਨੂੰ ਪਕੜਿਆ ਗਿਆ, ਇੰਟੈਰੋਗੇਟ ਕੀਤਾ ਗਿਆ, ਵੀ ਇੱਕ ਵਾਰੀ ਪਕੜ ਲਿਆ, ਫਿਰ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਉਹਨਾਂ ਨੂੰ ਛੱਡਿਆ ਨਹੀਂ? ਉਸ ਵੇਲੇ ਜੀ ਨਛੱਤਰ ਸਿੰਘ ਥਾਣੇਦਾਰ ਸੀ ਜੀ, ਧਰਮਕੋਟ ਥਾਣੇ ਦੇ ਅੰਦਰ ਲੱਗਾ ਸੀ ਜੀ। ਪਿਤਾ ਜੀ ਹੁਣੀ ਪ੍ਰੋਗਰਾਮ ਤੋਂ ਆ ਰਹੇ ਸੀ, ਇਹਨਾਂ ਨੂੰ ਉਹਨਾਂ ਨੇ ਹਰੀਕੇ ਪੱਤਨ ਤੋਂ ਜਿਹੜਾ ਪਿਤਾ ਜੀ ਨੂੰ ਲਾਇਆ ਜੀ, ਸਿੱਧਾ ਉਹ ਧਰਮਕੋਟ ਥਾਣੇ ਲੈ ਗਏ ਤੇ ਬਹੁਤ ਜ਼ਿਆਦਾ ਇੰਟੈਰੋਗੇਟ ਕੀਤਾ। ਤੇ ਉਸ ਵਕਤ ਉਹ ਕਹਿਣ ਲੱਗੇ ਵੀ ਤੂੰ ਬਹੁਤ ਜ਼ਿਆਦਾ ਯੋਧਿਆਂ ਦੀਆਂ ਜਿਹੜੀਆਂ ਵਾਰਾਂ ਗਾਉਣਾ, ਤੇ ਇੱਥੋਂ ਤੱਕ ਵੀ ਉਹ ਕਹਿੰਦੇ ਤੈਨੂੰ ਵਾਰਾਂ ਗਾਉਣ ਜੋਗਾ ਰਹਿਣ ਹੀ ਨਹੀਂ ਦੇਣਾ। ਉਹਦਾ ਕਾਰਨ ਇਹ ਕਹਿਣ ਲੱਗੇ ਵੀ ਇਹਨਾਂ ਜਲਾਲ ਸੀ ਨਛੱਤਰ ਸਿੰਘ, ਉਹ ਪਹਿਲਾਂ ਕਿਸੇ ਦਾ ਮਿੱਤਰ ਬਣ ਜਾਂਦਾ ਸੀ ਤੇ ਮਿੱਤਰ ਬਣ ਕੇ ਹੀ ਉਹਨੂੰ ਮਾਰ ਦਿੰਦਾ ਸੀ। ਇੱਦਾਂ ਦੇ ਬਹੁਤ ਪੁਲਿਸ ਵਾਲੇ ਹੋਏ ਨੇ ਜਿਹੜਾ ਆਪਣੀ ਤਰੱਕੀ ਵਾਸਤੇ ਉਹ ਇੱਦਾਂ ਕਰਦਾ ਸੀ। ਉਹ ਪਿਤਾ ਜੀ ਦੇ ਦਾੜੇ ਨੂੰ ਹੱਥ ਪਾਉਣ ਲੱਗਾ ਤੇ ਪਿਤਾ ਜੀ ਨੂੰ ਇੰਟੈਰੋਗੇਟ ਤੇ ਬਹੁਤ ਜ਼ਿਆਦਾ ਕੀਤਾ ਸੀ। ਪਿਤਾ ਜੀ ਨੇ ਉਹਦੇ ਨਲਾਂ ਦੇ ਅੰਦਰ ਲੱਤ ਮਾਰੀ, ਫਿਰ ਉੱਦਾਂ ਹੀ ਵੀ ਦਾੜੇ ਨੂੰ ਹੱਥ ਨਹੀਂ ਲਾਉਣ ਦੇਣਾ, ਮੈਨੂੰ ਭਾਵੇਂ ਇੰਟੈਰੋਗੇਟ ਹੋਰ ਕਰ ਲਾ, ਇਹ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸਿੱਖੀ ਆ। ਉਹਨੇ ਫਿਰ ਉਸੇ ਵੇਲੇ ਹੀ ਨਾ ਜਿਹੜਾ ਕਹਿੰਦਾ ਵੀ ਇਹਦੀ ਜ਼ਬਾਨ ਕੱਟ ਦਿਓ ਜਿਹਦੇ ਨਾਲ ਇਹ ਕਵੀਸ਼ਰੀ ਗਾਉਂਦਾ। ਪਹਿਲਾਂ ਪਿਤਾ ਜੀ ਦੀ ਜ਼ਬਾਨ ਕੱਟੀ ਗਈ ਜੀ, ਜੀਭ ਕੱਟੀ ਗਈ, ਬਾਅਦ ਅੰਦਰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਨਗਰ ਸੁਰ ਸਿੰਘ ਦਾ ਉਦੋਂ ਇੱਕ ਹੌਲਦਾਰ ਸੀ ਸੈਂਤ ਉਹਦੇ ਨਾਲ, ਉਹਨੇ ਫਿਰ ਪਿਤਾ ਜੀ ਹੁਣਾਂ ਦੀਆਂ ਚੜ੍ਹਦੀ ਕਲਾਂ ਦੀਆਂ ਬਹੁਤ ਅਰਦਾਸਾਂ ਹੁੰਦੀਆਂ ਸੀ। ਜਦੋਂ ਪਿਤਾ ਜੀ ਦਾ ਪਤਾ ਨਹੀਂ ਸੀ ਲੱਗਦਾ, ਪੁਲਿਸ ਚੁੱਕ ਕੇ ਲੈ ਗਈ। ਉਹਨੇ ਫਿਰ ਮਹਾਂਪੁਰਸ਼ਾਂ ਨੂੰ ਆ ਕੇ ਆਖਿਆ, ਸੁਰ ਸਿੰਘ ਕਹਿਣ ਲੱਗਾ ਜੀ ਉਹਨਾਂ ਦਾ ਅਖੰਡ ਪਾਠ ਸਾਹਿਬ ਜਾਂ ਉਹਨਾਂ ਦੀ ਯਾਦ ਦੇ ਅੰਦਰ ਕੋਈ ਸਮਾਗਮ ਭਾਵੇਂ ਕਰਾ ਲਿਆ ਕਰੋ, ਹੁਣ ਚੜ੍ਹਦੀ ਕਲਾ ਦੀ ਅਰਦਾਸ ਨਾ ਕਰਿਆ ਕਰੋ। ਮੈਂ ਉੱਥੇ ਮੌਜੂਦ ਸੀ, ਉਹ ਚੜ੍ਹਦੀ ਕਲਾ ਦੇ ਨਾਲ ਹੀ ਸ਼ਹੀਦ ਹੋਇਆ। ਕਹਿੰਦਾ ਜਿਹਦਾ ਉਹਨੇ ਸੀ ਨਹੀਂ ਕੀਤੀ। ਤੁਹਾਨੂੰ ਉਹਨਾਂ ਦੀ ਬਾਡੀ ਵੀ ਨਹੀਂ ਮਿਲੀ ਸੀ? ਨਹੀਂ, ਕੋਈ ਸਰੀਰ ਸਾਨੂੰ ਨਹੀਂ ਜੀ ਪਿਤਾ ਜੀ ਉਹਨਾਂ ਦਾ ਮਿਲਿਆ। ਉਦੋਂ ਸਰੀਰ ਦਿੰਦੇ ਹੀ ਨਹੀਂ ਸੀ ਜੀ। ਉਹ ਜਿਹੜਾ ਵੀ ਖਾੜਕੂ ਸਿੰਘ, ਜੋਧਾ ਸਿੰਘ ਸ਼ਹੀਦ ਕਰਦੇ ਸੀ ਨਾ, ਉਹਨਾਂ ਦਾ ਸਰੀਰ ਨਹੀਂ ਸੀ ਦਿੰਦੇ ਜੀ ਉਹ।
ਤੁਸੀਂ ਕੰਪਲੇਂਟ ਵਗੈਰਾ ਪਾਈ ਸੀ ਉਹਨਾਂ ਤੇ ਕੋਈ ਕਾਰਵਾਈ, ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਕਿਸੇ ਨਛੱਤਰ ਸਿੰਘ ਜੀ ਉਹ ਚੜ੍ਹਾਈ ਵੀ ਕਰ ਗਿਆ ਤੇ ਵੈਸੇ ਵੀ ਸੂਰਮਤਾਈ ਦੇ ਅੰਦਰ ਆਪਣੇ ਜੂਝੇ ਨੇ, ਤੇ ਜਿਹੜੇ ਵੈਰੀ ਦੇ ਨਾਲ ਆਪਣਾ ਯੋਧਿਆ ਤੇ ਉਹਦੇ ਕੋਲੋਂ ਆਪਾਂ ਕੋਈ ਇੱਦਾਂ ਭੀਖ ਨਹੀਂ ਮੰਗ ਸਕਦੇ। ਆਪਾਂ ਨੂੰ ਮਾਣ ਆ ਵੀ ਆਪਣੇ ਸ਼ਹਾਦਤ ਜਿਹੜੀ ਵੱਡਿਆਂ ਨੇ ਪਾਈ, ਉਹ ਸ਼ਹਾਦਤ ਦਾ ਕਰਕੇ ਸਾਡਾ ਅੱਜ ਵਰਲਡ ਦੇ ਅੰਦਰ ਜਿਹੜਾ ਉਹ ਸਤਿਕਾਰ ਹੋ ਰਿਹਾ ਜੀ। ਤੇ ਅਸੀਂ ਇਸ ਗੱਲ ਦਾ ਮਾਣ ਕਰਦੇ ਹਾਂ ਵੀ ਅਸੀਂ ਸ਼ਹੀਦਾਂ ਦੇ ਵਾਰਸ ਹਾਂ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? ਉਸ ਵੇਲੇ ਮੇਰੀ ਉਮਰ ਜਿਹੜੀ ਆ ਜੀ ਕੇਵਲ 12-13 ਸਾਲ ਦੀ ਸੀ। ਸਭ ਤੋਂ ਵੱਡੇ ਮੈਂ ਸੀ, ਮੇਰੇ ਤੋਂ ਛੋਟੇ ਮੇਰੇ 3 ਬ੍ਰਦਰ ਸੀ। ਇੱਕ ਸੰਤ ਜੀ ਉਹਨਾਂ ਨੇ ਲਿਆ ਸੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ, ਉਹ ਚੜ੍ਹਾਈ ਕਰ ਗਏ ਨੇ। ਰਛਪਾਲ ਸਿੰਘ ਬਹੁਤ ਅੱਛਾ ਕਵੀਸ਼ਰ ਸੀ ਜੀ ਉਹ। ਮੇਰੇ ਤੋਂ ਛੋਟਾ ਬ੍ਰਦਰ ਜਿਹੜਾ ਉਹ ਹੈਗਾ ਜੀ ਯੂਕੇ ਦੇ ਅੰਦਰ, ਬਹੁਤ ਸੋਹਣਾ ਢਾਡੀ ਜੱਥਾ ਉਹਨਾਂ ਦਾ। ਆਮ ਕਰਕੇ ਕਹਿ ਦਿੰਦੇ ਵੀ ਜਿਹੜੇ ਸਿੰਘ ਸ਼ਹੀਦ ਹੁੰਦੇ ਆ ਜਾਂ ਜਿਨ੍ਹਾਂ ਨੇ ਕੌਮ ਦੇ ਲਈ ਕੁਝ ਕੀਤਾ ਹੁੰਦਾ, ਉਹਨਾਂ ਦੇ ਬੱਚਿਆਂ ਨੂੰ ਸੰਭਾਲਿਆ ਨਹੀਂ ਜਾਂਦਾ। ਤੁਹਾਡਾ ਕਿਵੇਂ ਠੀਕ ਰਿਹਾ ਸਾਰਾ ਕੁਛ ਅਜਿਹਾ? ਵੇਖੋ ਜੀ, ਇੱਕ ਸਮਾਂ ਤੇ ਇਦਾਂ ਦਾ ਆਇਆ ਵੀ ਸਾਡੇ ਰਿਸ਼ਤੇਦਾਰ ਵੀ ਸਾਡੇ ਕੋਲੋਂ ਕੰਨੀ ਕਤਰਾ ਗਏ ਸੀ ਜੀ। ਸਾਡਾ ਬਹੁਤ ਜ਼ਿਆਦਾ ਉਦੋਂ ਜਿਹੜਾ ਨਜ਼ਦੀਕੀ ਵੀ ਹੁੰਦਾ ਸੀ ਉਹ ਵੀ ਲਾਗੇ ਨਹੀਂ ਸੀ ਆਉਂਦਾ, ਤੇ ਅਸੀਂ ਬਾਬਾ ਠਾਕਰ ਸਿੰਘ ਜੀ ਦਾ ਦੇਣ ਨਹੀਂ ਦੇ ਸਕਦੇ। ਉਹਨਾਂ ਨੇ ਤੁਹਾਨੂੰ ਮਹਾਂਪੁਰਸ਼ਾਂ ਨੇ ਸਾਡੀ ਬਾਂਹ ਪਕੜੀ, ਔਰ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਵੱਲੋਂ ਸਾਨੂੰ ਇਹ ਹੁਕਮ ਹੁੰਦਾ ਸੀ ਵੀ ਦਲ ਪੰਥ ਦੇ ਅੰਦਰ ਜਿਹੜਾ ਵਾ ਉਹ ਵਧੀਆ ਚੜ੍ਹਦੀ ਕਲਾ ਦਾ ਟਾਈਮ ਜਿਹੜਾ ਹੈ ਨਿਰਮਲ ਸੁੰਦੇ ਭਚੰਗੀਆਂ ਦਾ ਹੋਵੇ, ਚੋਲਾ ਸਾਹਿਬ ਵਾਲਿਆਂ ਦਾ। ਕੁਝ ਉਹਨਾਂ ਨੇ ਸਹਾਇਤਾ ਸਾਡੀ ਬਹੁਤ ਕੀਤੀ। ਭਰਾ ਸਾਰੇ ਕਵਿਸ਼ਰੀ ਕਰਦੇ ਜੀ? ਅਸੀਂ 4 ਭਰਾ ਹੀ, 3 ਭਰਾ ਅਸੀਂ ਕਵਿਸ਼ਰੀ ਕਰਦੇ ਸੀ ਜੀ, ਛੋਟਾ ਨਹੀਂ ਸੀ ਕਰਦਾ। ਤੇ ਹੁਣ ਅਸੀਂ 2 ਬ੍ਰਦਰ ਆ। ਮੇਰੇ ਤੋਂ ਛੋਟਾ ਇੰਗਲੈਂਡ ਦੇ ਅੰਦਰ ਢਾਡੀ ਜਥਾ ਚਲਾਉਂਦਾ, ਮੈਂ ਇੱਥੇ ਕਵਿਸ਼ਰੀ ਵੀ ਕਰ ਲੈਣਾ, ਢਾਡੀ ਜਥਾ ਵੀ ਚਲਾ ਲੈਣਾ ਜੀ। ਤੇ ਰਿਵਰ ਸਾਈਡ ਦੇ ਅੰਦਰ ਸਰਦਾਰ ਗੁਰਪ੍ਰੀਤ ਸਿੰਘ ਜੀ ਸ਼ੌਕਰ, ਸਰਦਾਰ ਗੁਰਪ੍ਰੀਤ ਸਿੰਘ ਜੀ ਖੱਖ, ਝਿਲਮਣ ਸਿੰਘ, ਦਰਸ਼ਨ ਸਿੰਘ ਜੀ ਸਿੱਧੂ, ਅਕਵਿੰਦਰ ਸਿੰਘ, ਇਹਨਾਂ ਸਿੰਘਾਂ ਨੇ ਜਿਹੜਾ ਫਿਰ ਉਹ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਸਾਨੂੰ ਜਿਹੜਾ ਗੁਰੂ ਘਰ ਦੇ ਅੰਦਰ ਇੱਥੋਂ ਦਾ ਵਸਨੀਕ ਬਣਾਇਆ ਜੀ, ਪੇਪਰ ਦਵਾਏ ਆ। ਅਸੀਂ ਇਹਨਾਂ ਵੀ ਸਿੰਘਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸ਼ਹੀਦ ਪਰਿਵਾਰਾਂ ਦਾ ਖਿਆਲ ਰੱਖਦੇ ਨੇ, ਸ਼ਹੀਦ ਪਰਿਵਾਰਾਂ ਦੇ ਨਾਲ ਪਿਆਰ ਕਰਦੇ ਨੇ। ਬਾਬਾ ਠਾਕਰ ਸਿੰਘ ਜੀ ਉਹਨਾਂ ਨੇ ਪਹਿਲੀ ਵਾਰ ਸਾਨੂੰ ਜਿਹੜਾ ਜੀ ਢਾਡੀ ਜਥੇ ਦੇ ਨਾਲ, ਮੈਂ ਬਤੌਰ ਜਥੇਦਾਰ ਸੀ ਤੇ ਕੈਨੇਡਾ ਦੀ ਧਰਤੀ ਤੇ 2004 ਦੇ ਅੰਦਰ ਭੇਜਿਆ ਸੀ ਜੀ। ਹਾਂਜੀ। ਅੰਤ ਦੇ ਵਿੱਚ ਜਿਹੜਾ ਸੰਘਰਸ਼ ਦਾ ਸਮਾਂ ਚੱਲਦਾ ਪਿਆ, ਹਰ ਸਾਲ ਜੂਨ ਮਹੀਨਾ ਬੜੇ ਮਨਾਇਆ ਜਾਂਦਾ, ਉਹਦੇ ਵਿੱਚ ਯਾਦ ਦੇ ਵਿੱਚ ਸਿੰਘਾਂ ਦੀ ਜੀ ਕੋਈ ਖਾਸ ਬਚਨ? ਵੇਖੋ ਜੀ, ਇਹ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ, ਕਿਉਂਕਿ ਸ਼ਹੀਦ ਕੌਮ ਦੀ ਜਿੰਦ ਜਾਨ ਹੋਇਆ ਕਰਦੇ ਨੇ। ਕਿਸੇ ਅਦੀਬ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਪੁੱਲ ਮੰਨਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਵੈਸੇ ਸਾਰੀਆਂ ਹੀ ਗੱਲਾਂ ਚੰਗੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ। ਐ ਪ੍ਰਤੱਤ ਸਿਆਣਿਆਂ ਕੱਢ ਛੱਡਿਆ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਕੁਰਬਾਨੀ ਜਿਹੜੀ ਕੌਮ ਵਾਸਤੇ ਕਰਨੀ, ਆਪਣੇ ਪਰਿਵਾਰ ਤੋਂ ਉੱਪਰ ਉੱਠ ਕੇ ਕਰਨੀ। ਹੁਣ ਮੈਂ ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰ ਲਵਾਂ। ਪਿਤਾ ਜੀ ਹੁਣਾਂ ਨੂੰ 6 ਭੈਣਾਂ ਸੀ ਪਿਤਾ ਜੀ ਹੁਣਾਂ ਦੀਆਂ, ਤੇ ਵੱਡੇ ਇੱਕ ਭਰਾਤਾ ਸੀ। ਸਾਡੇ ਤਾਇਆ ਜੀ ਵੀ 6 ਮਹੀਨੇ ਥਾਣੇ ਅੰਦਰ ਰਹੇ ਜੀ। ਇੱਕ ਵਾਰੀ ਮੁੱਲਾਪੁਰ ਦਾਖੇ ਤੋਂ ਸੰਘਰਸ਼ ਦੇ ਵਿੱਚ ਰਹੇ। ਬਿਲਕੁਲ ਜੀ। ਮੇਰੀ ਮਾਤਾ ਜੀ ਦਾ ਚੂੜਾ ਟੁੱਟਾ ਵਾ ਜੀ। CRP ਆ ਕੇ ਘੇਰਾ ਪਾ ਲੈਂਦੀ ਹੁੰਦੀ ਸੀ, ਤੇ ਸਾਡੇ ਚਬਾਰੇ ਹੁੰਦੇ ਸੀ। ਚਬਾਰੇ ਦੇ ਉੱਪਰੋਂ ਮਾਤਾ ਜੀ ਹੁਣਾਂ ਨੂੰ ਐਂ ਲੱਗਾ ਵੀ ਸ਼ਾਇਦ ਮੇਰੇ ਬੱਚਿਆਂ ਨੂੰ ਹੀ ਚੁੱਕ ਕੇ ਨਾ ਲੈ ਜਾਣ। ਫਿਰ ਉਹਨਾਂ CRP ਆ ਗਈ ਹੋਗੀ, ਤੇ ਅਗਲੇ ਬੰਨੇ ਪੈਰ ਦਾ ਪਤਾ ਨਹੀਂ ਲੱਗਾ ਵੀ ਉਹ ਜਿਹੜਾ ਵਾ ਅਗਲੇ ਬੰਨੇ ਜਗ੍ਹਾ ਨਹੀਂ ਗੀ ਹੈਗੀ ਪੈਰ ਰੱਖਣ ਵਾਲੀ, ਤੇ ਡਿੱਗ ਪਏ ਤੇ ਚੂੜਾ ਟੁੱਟ ਗਿਆ ਮਾਤਾ ਜੀ ਹੁਣਾਂ ਦਾ। ਸੰਘਰਸ਼ ਜਿਹੜਾ ਹੈ ਬਹੁਤ ਆਪਣੇ ਪਿੰਡੇ ਤੇ ਹੰਡਾਇਆ ਵਾ ਜੀ। ਵੈਸੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਤੇ ਇਹ ਜਿਹੜੇ ਕੌਮ ਦੇ ਐਸੇ ਯੋਧੇ ਜੁਝਾਰੂ ਸੀ ਨਾ, ਮੈਂ ਆਪ ਜੀ ਨੂੰ ਦੱਸਣ ਲੱਗਾ ਸੀ ਵੀ ਭੂਆ ਜੀ ਹੁਣਾਂ ਨੇ ਆਖਿਆ, ਨਿਰਮਲ ਤੂੰ ਇਹ ਗੱਲ ਛੱਡ ਦੇ, ਕੀ ਰੱਖਿਆ ਵਾ ਸਰਕਾਰ ਦੇ ਨਾਲ ਟੱਕਰ ਲੈ ਕੇ। ਤੇ ਕਹਿਣ ਲੱਗੇ, ਭੈਣ ਹੁਣ ਤੇ ਸੀਸ ਦੇ ਨਾਲ ਹੀ ਸਿੱਖੀ ਜਾਵੇਗੀ, ਤੇ ਇਹ ਛੱਡਿਆ ਨਹੀਂ ਜਾਣਾ, ਕਿਉਂਕਿ ਮਹਾਂਪੁਰਸ਼ਾਂ ਤੋਂ ਲਾਗ ਲੱਗੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੋਂ। ਸੋ ਉਹ ਬੜੇ ਨਿਡਰ ਸੀ ਜੀ, ਬਹੁਤ ਨੇਮੀ ਤੇ ਪ੍ਰੇਮੀ ਸੀ, ਮਹਾਂਪੁਰਸ਼ਾਂ ਦਾ ਬੜਾ ਸਤਿਕਾਰ ਕਰਦੇ ਸੀ। ਜਿਹੜੇ ਬਾਬਾ ਬਿਸ਼ਨ ਸਿੰਘ ਜੀ ਹੋਏ, ਬਾਬੇ ਬਕਾਲੇ ਵਾਲੇ ਮਹਾਂਪੁਰਸ਼, ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਸੁਰ ਸਿੰਘ ਵਾਲਿਆਂ ਨਾਲ ਤੇ ਬਹੁਤ ਹੀ ਜ਼ਿਆਦਾ ਪਿਆਰ ਸੀ। ਅੱਜ ਵੀ ਸਾਡੇ ਨਾਲ ਬਾਬਾ ਅਵਤਾਰ ਸਿੰਘ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਸੁਰ ਸਿੰਘ ਵਾਲੇ ਮਹਾਂਪੁਰਸ਼। ਹੋਰ ਵੀ ਸੰਪਰਦਾਵਾਂ ਜਿਹੜੀਆਂ ਨੇ, ਪਿਤਾ ਜੀ ਦੀ ਬਰਸੀ ਤੇ ਸਾਰੇ ਸਾਧੂ ਆਉਂਦੇ ਨੇ ਜੀ। ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।